सत श्री अकाल, नमस्कार, आदाब। मैं हाँ बलिंदर सिंह विरमानी प्रोग्राम नजरिया लैके एक बार फिर तुहाडे सामने हाजिर हाँ। हो गए शहीद पर दे गए अनमोल विरासत। जी हाँ, आज ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਅਜਿਹੇ ਇੱਕ ਸਿੱਖ ਲੀਡਰ ਦੀ ਜਿਸ ਨੇ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਮਸਲੇ ਤੇ ਵਰਤ ਰੱਖ ਕੇ ਮੌਤ ਨੂੰ ਆਪਣੇ ਗਲੇ ਲਗਾ ਲਿਆ ਅਤੇ ਫਿਰ ਸ਼ਹੀਦ ਦਾ ਦਰਜਾ ਪ੍ਰਾਪਤ ਕੀਤਾ। ਉਸ ਜੁਝਾਰੂ ਲੀਡਰ ਨੇ ਜੈਤੋ ਦੇ ਮੋਰਚੇ ਵਿੱਚ 6 ਮਹੀਨੇ ਲਈ ਜੇਲ੍ਹ ਵੀ ਕੱਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਫਿਰ 2 ਵਾਰ ਇਸ ਦੇ ਜਨਰਲ ਸਕੱਤਰ ਵੀ ਰਹੇ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ਹੀਦ ਦਰਸ਼ਨ ਸਿੰਘ ਜੀ ਫੇਰੂਮਾਨ ਜੀ ਦੀ। 1 ਅਗਸਤ 1885 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਫੇਰੂਮਾਨ ਵਿੱਚ ਜਨਮੇ ਦਰਸ਼ਨ ਸਿੰਘ ਫੇਰੂਮਾਨ ਸਾਲ 1912 ਵਿੱਚ ਇੱਕ ਸਿਪਾਹੀ ਦੇ ਤੌਰ ਤੇ ਉਹ ਭਾਰਤੀ ਫੌਜ ਵਿੱਚ ਸ਼ਾਮਲ ਹੋ ਗਏ ਸਨ ਅਤੇ ਫਿਰ ਸਾਲ 1914 ਵਿੱਚ ਉਹਨਾਂ ਨੇ ਫੌਜ ਛੱਡ ਕੇ ਹਿਸਾਰ ਵਿੱਚ ਆਪਣਾ ਉਸਾਰੀ ਦਾ ਕਾਰੋਬਾਰ ਸ਼ੁਰੂ ਕੀਤਾ। ਪਹਿਲੀ ਵਾਰ ਉਹਨਾਂ ਨੂੰ ਜੁਲਾਈ 1923 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਵਿੱਚ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਜੈਤੋਂ ਵਾਲੇ ਸ਼ਹੀਦੀ ਜਥਿਆਂ ਵਿੱਚੋਂ ਇੱਕ ਜਥੇ ਦੇ ਜਥੇਦਾਰ ਬਣੇ ਅਤੇ ਫਿਰ ਉਸ ਸਮੇਂ ਉਹਨਾਂ ਨੂੰ 6 ਮਹੀਨਿਆਂ ਦੀ ਸਖਤ ਕੈਦ ਅਤੇ 100 ਰੁਪਏ ਜੁਰਮਾਨੇ ਦੀ ਸਜ਼ਾ ਵੀ ਹੋਈ ਸੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਨੇ 1920 ਵਿੱਚ ਚਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਗੁਰਦੁਆਰਾ ਸਾਹਿਬਾਨਾਂ ਨੂੰ ਸਰਕਾਰੀ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਮੋਹਰੀ ਭੂਮਿਕਾ ਨਿਭਾਈ ਸੀ। ਸਾਲ 1960, ਸਾਲ 1961 ਅਤੇ ਫਿਰ ਸਾਲ 1965 ਵਿੱਚ ਕੁਝ ਅਕਾਲੀ ਆਗੂਆਂ ਵੱਲੋਂ ਮਰਨ ਵਰਤ ਰੱਖ ਕੇ ਅਤੇ ਫਿਰ ਉਸ ਨੂੰ ਛੱਡ ਦੇਣ ਦੀ ਬਦਨਾਮੀ ਤੋਂ ਬਾਅਦ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਨੇ ਚੰਡੀਗੜ੍ਹ ਅਤੇ ਹੋਰ ਮੰਗਾਂ ਦੇ ਨਾਲ-ਨਾਲ ਅਕਾਲੀਆਂ ਤੇ ਲੱਗੇ ਕਲੰਕ ਨੂੰ ਲਾਉਣ ਲਈ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਤੇ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 12 ਅਗਸਤ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਮੁਤਾਬਕ 15 ਅਗਸਤ 1969 ਨੂੰ ਜੇਲ੍ਹ ਵਿੱਚ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਅਤੇ ਫਿਰ 25 ਸਤੰਬਰ 1969 ਨੂੰ ਜਦੋਂ ਫੇਰੂਮਾਨ ਦਾ ਮਰਨ ਵਰਤ 42ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਕਾਨਫਰੰਸ ਚੰਡੀਗੜ੍ਹ ਵਿੱਚ ਹੋਈ, ਜਿਸ ਨੇ ਕੇਂਦਰ ਤੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। 28 ਸਤੰਬਰ ਨੂੰ 7 ਪਾਰਟੀਆਂ ਦੇ 60 ਐਮਐਲਏਜ਼ ਨੇ ਪਾਰਲੀਮੈਂਟ ਦੇ ਬਾਹਰ ਚੰਡੀਗੜ੍ਹ ਵਿੱਚ ਧਰਨਾ ਲਗਾਇਆ। ਸਾਰੀ ਪਾਰਟੀਆਂ ਵੱਲੋਂ ਗਿਆਨੀ ਭੁਪਿੰਦਰ ਸਿੰਘ ਨੂੰ ਫੇਰੂਮਾਨ ਨੂੰ ਮਿਲ ਕੇ ਵਰਤ ਛੱਡਣ ਦੀ ਅਪੀਲ ਕਰਨ ਲਈ ਭੇਜਿਆ ਗਿਆ, ਪਰ ਫੇਰੂਮਾਨ ਜੀ ਨੇ ਚੰਡੀਗੜ੍ਹ ਮਿਲਣ ਤੇ ਹੀ ਮਰਨ ਵਰਤ ਛੱਡਣ ਦੀ ਗੱਲ ਕਹਿ ਦਿੱਤੀ ਅਤੇ ਫਿਰ 11 ਅਕਤੂਬਰ ਨੂੰ ਫੇਰੂਮਾਨ ਜੀ ਤੋਂ ਪੁਲਿਸ ਦਾ ਪਹਿਰਾ ਵੀ ਹਟਾ ਲਿਆ ਗਿਆ ਅਤੇ ਫਿਰ ਸਾਰੇ ਮੁਕੱਦਮੇ ਵਾਪਸ ਲੈ ਲਏ ਗਏ। ਮਰਨ ਵਰਤ ਦੇ 74ਵੇਂ ਦਿਨ ਯਾਨੀ ਕਿ 27 ਅਕਤੂਬਰ 1969 ਦਾ ਦਿਨ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਚੜ੍ਹਾਈ ਕਰ ਗਏ ਅਤੇ ਅਕਾਲੀ ਆਗੂਆਂ ਦੀ ਮਰਨ ਵਰਤ ਤੋਂ ਭੱਜਣ ਦੀ ਬੁਜ਼ਦਿਲੀ ਦਾ ਦਾਗ ਵੀ ਮਿਟਾ ਗਏ। ਪਰ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਸਾਡੇ ਇਹ ਨਜ਼ਰੀਆ ਪ੍ਰੋਗਰਾਮ ਉਹਨਾਂ ਨੂੰ ਹੀ ਸਮਰਪਿਤ ਹੈ ਅਤੇ ਮੇਰੇ ਨਾਲ ਕੁਝ ਅਜਿਹੀਆਂ ਹਸਤੀਆਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੇ ਜੀਵਨ ਸਫ਼ਰ ਨੂੰ ਬੇਹੱਦ ਨੇੜਿਓਂ ਵੇਖਿਆ। ਜੀ ਹਾਂ, ਅੱਜ ਨਜ਼ਰੀਆ ਪ੍ਰੋਗਰਾਮ ਵਿੱਚ ਸਾਡੇ ਨਾਲ ਮੁਖਾਤਿਬ ਹੋ ਰਹੇ ਨੇ ਬੇਹੱਦ ਖਾਸ ਮਹਿਮਾਨ। ਸਭ ਤੋਂ ਪਹਿਲਾਂ ਸਰੀ ਕੈਨੇਡਾ ਤੋਂ ਸਰਦਾਰ ਜੈਤੇਕ ਸਿੰਘ ਜੀ ਆਨੰਦ ਜੀ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨਾਲ ਲੰਮਾ ਸਮਾਂ ਗੁਜ਼ਾਰਿਆ ਅਤੇ ਉਹਨਾਂ ਦੇ ਜੀਵਨ ਸਫ਼ਰ ਨੂੰ ਬਹੁਤ ਨੇੜਿਓਂ ਵੇਖਿਆ ਹੈ। ਸਿੱਖ ਸਕਾਲਰ ਅਤੇ ਰਾਈਟਰ ਨੇ ਜੈਤੇਕ ਸਿੰਘ ਆਨੰਦ ਜੀ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਹੋਏ ਨੇ ਸਰੀ ਤੋਂ ਹੀ ਸਰਦਾਰ ਸੁਰਿੰਦਰ ਸਿੰਘ ਜੱਬਲ ਜੀ, ਜੋ ਕਿ ਸਰੀ ਵਿੱਚ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ। ਇਸ ਤੋਂ ਇਲਾਵਾ ਖਾਸ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਅਮਨਦੀਪ ਸਿੰਘ ਜੀ ਸਟਾਕਟਨ ਕੈਲੀਫੋਰਨੀਆ ਤੋਂ, ਜੋ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੇ ਪੜਪੋਤੇ ਨੇ। ਬਹੁਤ-ਬਹੁਤ ਸਵਾਗਤ ਕਰਦਾ ਆਪਣੇ ਤਿੰਨਾਂ ਹੀ ਖਾਸ ਮਹਿਮਾਨਾਂ ਦਾ ਔਰ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ ਹੈ ਕਾਫੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਬਾਰੇ ਗੱਲਬਾਤ ਕਰਨ ਦੇ ਲਈ। ਬਹੁਤ-ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲਾਂ ਤਾਂ ਜੈਤੇਕ ਸਿੰਘ ਆਨੰਦ ਜੀ, ਤੁਹਾਡੇ ਤੋਂ ਸ਼ੁਰੂ ਕਰਾਂਗਾ। ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੂੰ ਤੁਸੀਂ ਬਹੁਤ ਨੇੜਿਓਂ ਵੇਖਿਆ, ਸਿੱਖ ਹੋਮਲੈਂਡ ਦੇ ਪਹਿਲੇ ਸ਼ਹੀਦ ਦਾ ਉਹਨਾਂ ਨੂੰ ਦਰਜਾ ਵੀ ਦਿੱਤਾ ਗਿਆ। ਉਹਨਾਂ ਦੀ ਸ਼ਹੀਦੀ ਸਹੀ ਮਾਇਨੇ ਵਿੱਚ ਲੋਕਾਂ ਨੂੰ ਕੀ ਸੁਨੇਹਾ ਦੇ ਪਾਈ ਹੈ? ਵਰਮਾਨੀ ਜੀ, ਅੱਜ ਦਾ ਜਿਹੜਾ ਚੜ੍ਹਦੀ ਕਲਾ ਟਾਈਮ ਟੇਬਲ ਵੱਲੋਂ ਜਿਹੜਾ ਵਿਸ਼ੇਸ਼ ਅਸੀਂ ਪ੍ਰੋਗਰਾਮ ਇਹ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੇ 134ਵੇਂ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ। ਉਹ ਸਾਡੀ ਕੌਮ ਦੇ ਆਨ ਤੇ ਸ਼ਾਨ ਸਨ। ਉਹਨਾਂ ਦਾ ਬਕਾਇਦਾ ਤੌਰ ਤੇ ਮੈਂ ਉਹਨਾਂ ਦੀ ਜੀਵਨ ਦੇ ਵੱਖ-ਵੱਖ ਪੱਖਾਂ ਤੇ ਉਹਨਾਂ ਦੀ ਸ਼ਹਾਦਤ ਬਾਰੇ ਕੁਛ ਗੱਲ ਮੈਂ ਕਰਾਂ। ਮੈਂ ਉਸ ਤੋਂ ਪਹਿਲਾਂ 2 ਕਮੈਂਟ ਮੈਂ ਵਿਸ਼ੇ ਤੋਂ ਹਟ ਕੇ ਗੱਲ ਕਰਨੀ ਜ਼ਰੂਰੀ ਸਮਝਦਾ। ਜਿਹੜਾ ਅੱਜ ਦਾ ਦਿਨ ਹੈ
ਉਹ 1 ਅਗਸਤ ਦਾ ਦਿਨ ਹੈ। ਇਹ ਜਿਹੜਾ ਦਿਨ ਹੈ ਇਹ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਦਰਸ਼ਨ ਸਿੰਘ ਫੇਰੂਮਾਨ ਦੇ 134ਵੇਂ ਜਨਮ ਦਿਨ ਦੇ ਸੰਦਰਭ ਦੇ ਵਿੱਚ ਹੈ। ਮੈਂ ਬਿਲਕੁਲ। ਅੱਜ ਸਿੱਖ ਕੌਮ ਦੀ ਉਸ ਨਾਮਵਰ ਹਸਤੀ, ਉਸ ਬੇਸ਼ਕੀਮਤੀ ਹੀਰੇ ਜਿਹਦਾ ਅੱਜ 162ਵਾਂ ਜਨਮ ਦਿਨ ਹੈ, ਮੇਰੀ ਮੁਰਾਦ ਰਾਮ ਸਿੰਘ ਸੋਹਲ ਆਰਕੀਟੈਕਟ ਦੀ ਹੈ। ਰਾਮ ਸਿੰਘ ਸੋਹਲ ਜਿਹੜੇ ਹੋਏ ਨੇ ਉਹ ਹਿੰਦੁਸਤਾਨ ਦੇ ਹੀ ਨਹੀਂ, ਇਹ ਦੁਨੀਆ ਦੇ ਮੰਨੇ ਪਰਮੰਨੇ ਆਰਕੀਟੈਕਟ ਸਨ, ਜਿਨ੍ਹਾਂ ਦਾ ਜਿਹੜਾ ਜਨਮ ਹੈ ਉਹ 1858 ਦੀ 1 ਅਗਸਤ ਨੂੰ ਹੋਇਆ ਸੀ। ਔਰ ਇਹਨਾਂ ਦਾ ਜਨਮ, ਇਹ ਇੱਕ ਦੁਨੀਆ ਦੇ ਨਾਮਵਰ ਸ਼ਿਲਪਕਾਰ ਜਿਹਨੂੰ ਅਸੀਂ ਅੰਗਰੇਜ਼ੀ 'ਚ ਆਰਕੀਟੈਕਟ ਕਹਿੰਦੇ ਹਾਂ, ਇਹਨਾਂ ਦਾ ਜਨਮ ਬਟਾਲਾ ਦੇ ਨੇੜੇ ਪਿੰਡ ਰਸੂਲਪੁਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਮਗੜੀਆ ਸੋਹਲ ਪਰਿਵਾਰ ਦੇ ਵਿੱਚ ਹੋਇਆ ਸੀ। ਉਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਸ਼ਿਲਪ ਕਲਾ ਦੇ ਨਾਲ, ਆਪਣੀ ਆਰਟ ਦੇ ਨਾਲ, ਆਪਣੇ ਆਰਕੀਟੈਕਚਰ ਦੇ ਨਾਲ ਸਿੱਖਾਂ ਦਾ ਨਾਂ ਉੱਚਾ ਕੀਤਾ ਹੈ। ਜਿਹੜੀਆਂ ਇਹਨਾਂ ਨੇ ਬਿਲਡਿੰਗਸ ਬਣਾਈਆਂ ਨੇ, ਜਿਹਨਾਂ 'ਚ ਲਾਹੌਰ ਦਾ ਮਿਊਜ਼ੀਅਮ, ਮੇਓ ਸਕੂਲ ਆਫ ਆਰਟਸ ਲਾਹੌਰ, ਪੰਜਾਬ ਯੂਨੀਵਰਸਿਟੀ ਲਾਹੌਰ ਦਾ ਸੈਨਟ ਹਾਲ, ਖਾਲਸਾ ਕਾਲਜ ਅੰਮ੍ਰਿਤਸਰ 1892 'ਚ, ਉਹ ਇਹਨਾਂ ਦੀ ਸ਼ਿਲਪ ਕਲਾ ਦਾ ਹੀ ਹੈ। ਗੁਰਦੁਆਰਾ ਸਾਰਾਗੜ੍ਹੀ ਅੰਮ੍ਰਿਤਸਰ, ਗਵਰਨਰ ਹਾਊਸ ਸ਼ਿਮਲਾ, ਇਸਲਾਮੀਆ ਕਾਲਜ ਪੇਸ਼ਾਵਰ, ਦਰਬਾਰ ਹਾਲ ਲੰਡਨ, ਮਿਊਨਿਸਪਲ ਹਾਊਸ ਫਿਰੋਜ਼ਪੁਰ, ਜ਼ਿਲ੍ਹਾ ਕਚਹਿਰੀ ਇਲਾਹਾਬਾਦ, ਇਹ ਸਾਰੀਆਂ ਬਿਲਡਿੰਗਾਂ ਇਹਨਾਂ ਦੀਆਂ ਨੇ। ਇਹ ਵੀ ਅੱਜ ਦਾ ਹੀ ਦਿਨ ਹੈ। ਔਰ ਮੈਂ ਅੱਜ ਇਸ ਜਿਹੜੇ ਦੁਨੀਆ ਦੇ ਇੱਕ ਬੜੇ ਵੱਡੇ ਆਰਕੀਟੈਕਟ ਜਿਨ੍ਹਾਂ ਦਾ ਅੱਜ 162ਵਾਂ ਜਨਮ ਦਿਨ ਹੈ, ਉਹਦੇ ਲਈ ਮੈਂ ਚੜ੍ਹਦੀ ਕਲਾ ਟਾਈਮ TV ਵੱਲੋਂ, ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਵੱਲੋਂ, ਕੈਨੇਡੀਅਨ ਰਾਮਗੜੀਆ ਸੁਸਾਇਟੀ ਤੇ ਗੁਰਦੁਆਰਾ ਸਾਹਿਬ ਬਰੁਕਸਾਈਡ ਵੱਲੋਂ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਨੇ ਸਾਂਝੇ ਤੌਰ ਤੇ ਇਸ ਬੇਸ਼ਕੀਮਤੀ ਹੀਰੇ ਸਰਦਾਰ ਰਾਮ ਸਿੰਘ ਸੋਹਲ ਦੇ 162ਵੇਂ ਜਨਮ ਦਿਨ ਤੇ ਸਾਰੀ ਸਿੱਖ ਕੌਮ ਨੂੰ ਔਰ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨਵਾਦ। ਤੇ ਹੁਣ ਬਰਮਾਨੀ ਸਾਹਿਬ ਮੈਨੂੰ ਇਸ ਵਿਸ਼ੇ ਤੇ ਫੇਰੂਮਾਨ ਜੀ ਦੇ ਬਾਰੇ ਗੱਲ ਕਰਨ ਦੇ ਲਈ ਕਿਹਾ ਹੈ। ਉਹਦੇ ਬਾਰੇ ਮੈਂ ਜੋ ਕੁਛ ਵੀ ਮੈਂ ਜਾਣਦਾ, ਜਿਹੜਾ ਅੰਤਲਾ ਸਮਾਂ ਸੀ ਉਹ ਵੀ ਮੈਂ ਦੇਖਿਆ, ਔਰ ਮੈਨੂੰ ਉਹਨਾਂ ਦੇ ਅੰਤਮ ਸੰਸਕਾਰ ਦੇ ਜਿੰਨੀਆਂ ਪਾਬੰਦੀਆਂ ਸਨ ਮੈਂ ਉੱਥੇ ਨਹੀਂ ਪਹੁੰਚ ਸਕਿਆ ਸੀ, ਮਗਰ ਮੈਂ ਜਿਹੜਾ ਉਹਨਾਂ ਦਾ ਜਲ ਪ੍ਰਵਾਹ ਜਦੋਂ ਕੀਤਾ ਗਿਆ ਕੀਰਤਪੁਰ ਸਾਹਿਬ, ਮੈਂ ਉਸ ਸਫ਼ਰ ਵਿੱਚ ਉਹਨਾਂ ਦੇ ਨਾਲ ਸਾਂ। ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਫੇਰੂਮਾਨ ਸਾਹਿਬ ਦੀ ਸ਼ਹਾਦਤ ਸੀ, ਇਹ ਸ਼ਹਾਦਤ ਦਾ ਜਿਹੜਾ ਅਸਲ ਕਾਰਨ ਸੀ, ਜਦੋਂ ਪੰਜਾਬ ਦੀ ਵੰਡ ਹੋਈ, ਪੰਜਾਬ ਦੀ ਜਦੋਂ ਵੰਡ ਹੋਈ ਤੇ ਸਾਡੇ ਪੰਜਾਬੀ ਬੋਲਦੇ ਇਲਾਕੇ, ਸਾਡਾ ਚੰਡੀਗੜ੍ਹ ਔਰ ਜਿਹੜੇ ਪਾਣੀ ਦੇ ਮਸਲੇ, ਇਹ ਸਾਰੀਆਂ ਕੁਝ ਸਾਡੀਆਂ ਹੱਕੀ ਤੇ ਹਕੂਕੀ ਮੰਗਾਂ ਸਨ। ਉਹਨਾਂ ਮੰਗਾਂ ਦੇ ਲਈ ਸਾਡੇ ਵਿਸ਼ੇਸ਼ ਤੌਰ ਤੇ ਸੰਤ ਫਤਿਹ ਸਿੰਘ ਨੇ ਭੁੱਖ ਹੜਤਾਲ ਰੱਖੀ ਔਰ ਆਪਣਾ ਅਕਾਲ ਤਖਤ ਤੇ ਅਗਨ ਕੁੰਡ ਬਣਾਏ, ਔਰ ਉਹਦੇ ਵਿੱਚ ਇਹ ਕੀਤਾ ਕਿ ਮੈਂ ਇਹਦੇ ਲਈ ਆਪਣਾ ਮਨ ਵਰਤ ਰੱਖਾਂਗਾ ਤੇ ਆਪਣੇ ਆਪ ਨੂੰ ਅਗਨ ਕੁੰਡ। ਉਹਨੇ ਅਰਦਾਸ ਕੀਤੀ ਸੀ, ਮਗਰ ਉਹ ਜਿਹੜੀ ਅਰਦਾਸ ਕੀਤੀ ਸੀ, ਅਰਦਾਸ ਤੋਂ ਉਹ ਭੱਜ ਗਿਆ ਔਰ ਉਹਦੀ ਪੂਰਤੀ ਨਹੀਂ ਕੀਤੀ। ਔਰ ਇਸ ਕਾਰਜ ਦੇ ਲਈ ਇੱਕ ਕਿਸਮ ਦਾ ਇੱਕ ਕਲੰਕ ਸਿੱਖ ਕੌਮ ਦੇ ਲੱਗ ਗਿਆ ਕਿ ਸਿੱਖ ਅਰਦਾਸ ਕਰਕੇ ਪਿੱਛੇ ਮੁੜ ਜਾਂਦਾ, ਇਹਨੂੰ ਕਲੰਕ ਨੂੰ ਕਿਵੇਂ ਧੋਇਆ ਜਾਏ। ਔਰ ਇਸ ਸਿਲਸਿਲੇ ਦੇ ਵਿੱਚ ਬੜਾ ਸਰਗਰਮ ਸੀ ਕਾਰਜ, ਉਹਦੇ ਵਿੱਚ ਜਿਹੜੀ ਮੇਨ ਭੂਮਿਕਾ ਸੀ ਉਹ ਡਾਕਟਰ ਜਗਜੀਤ ਸਿੰਘ ਚੌਹਾਨ ਦੀ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਨੇ ਫੇਰੂਮਾਨ ਹੋਰਾਂ ਨੂੰ ਵਰਤ ਰੱਖਣ ਤੋਂ ਪਹਿਲਾਂ, ਸਭ ਤੋਂ ਪਹਿਲਾਂ 1 ਜੂਨ 1969 ਨੂੰ ਚੰਡੀਗੜ੍ਹ 'ਚ ਇੱਕ ਹਰਬੰਸ ਸਿੰਘ ਬਾਗਲੇ ਨੂੰ ਬਿਠਾਇਆ ਸੀ। ਔਰ ਉਹਦਾ ਇਹ ਜਿਹੜਾ ਹਰਬੰਸ ਸਿੰਘ ਬਾਗਲਾ ਸੀ, ਇਹਨੇ 1 ਜੂਨ ਨੂੰ ਵਰਤ ਰੱਖ ਕੇ 10 ਜੂਨ ਨੂੰ ਸੈਲਫ ਇਮੋਲੇਸ਼ਨ ਆਪਣਾ ਕਰਨਾ ਸੀ। ਇਹ ਚੰਡੀਗੜ੍ਹ ਦੇ 19 ਸੈਕਟਰ ਦੇ ਗੁਰਦੁਆਰੇ ਦੇ ਵਿੱਚ। ਮੈਂ ਉਹਨਾਂ ਦਿਨਾਂ 'ਚ ਮੈਂ ਬਾਹਰ ਗਿਆ ਸਾਂ, ਗੁਰੂ ਨਾਨਕ ਸਾਹਿਬ ਦਾ 500 ਸਾਲਾ ਸੀ ਉਸ ਸੰਦਰਭ ਵਿੱਚ, ਤੇ ਜਿਹੜੀ ਸੰਸਥਾ ਨੇ ਬਿਠਾਇਆ ਸੀ ਉਹ ਸੰਸਥਾ ਦਾ ਮੈਂ ਮੋਢੀ ਸਾਂ, ਪ੍ਰਧਾਨ ਸਾਂ। ਔਰ ਮੈਨੂੰ ਵਾਪਸ ਬੁਲਾਇਆ ਗਿਆ ਔਰ ਮੈਂ ਚੰਡੀਗੜ੍ਹ ਆਇਆ। ਸਾਨੂੰ 9 ਜੂਨ ਨੂੰ 17 ਜਿਹੜੇ ਜਾਣੇ ਸਨ ਉਹਨਾਂ ਨੂੰ ਸਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਔਰ ਉਹ ਪੁਲਿਸ ਨੇ ਜਿਹੜਾ ਬਾਗਲਾ ਹੈ ਬੜਾ ਵੱਡਾ ਘੇਰਾ ਪਾ ਕੇ ਗੁਰਦੁਆਰੇ ਵਿੱਚ ਉਹਨੂੰ
ਉਹ ਇੱਕ ਕਾਰ ਵਾਰਦਾਤ ਹੋਣ ਨਹੀਂ ਦਿੱਤੀ, ਔਰ ਜਿਹਦੇ ਵਿੱਚ ਅਸੀਂ 17 ਜਾਣੇ ਸੈਂਟਰਲ ਜੇਲ੍ਹ ਅੰਬਾਲਾ ਸਾਡੇ ਤੇ 2-2 ਕੇਸ ਪਾਏ, ਅਸੀਂ ਗ੍ਰਿਫਤਾਰ ਹੋ ਗਏ। ਫਿਰ ਡਾਕਟਰ ਜਗਜੀਤ ਸਿੰਘ ਨੇ ਦੇਖਿਆ ਕਿ ਇਹ ਤਾਂ ਬੜੀ ਇਹ ਕੀ ਕਹਿੰਦੇ ਨੇ ਇੱਕ ਕਿਸਮ ਦੀ ਨਾਮੋਸ਼ੀ ਹੈ ਕਿ ਜਿਸ ਮਕਸਦ ਲਈ ਅਸੀਂ ਇੱਕ ਬੰਦੇ ਨੂੰ ਬੈਠੇ ਸਾਂ ਉਹ ਆਪਣੇ ਮਕਸਦ ਪੂਰਾ ਨਹੀਂ ਕਰ ਸਕਿਆ। ਫਿਰ ਡਾਕਟਰ ਜਗਜੀਤ ਸਿੰਘ ਦੇ ਇਨੀਸ਼ੀਏਟਿਵ ਤੇ ਇੱਕ ਖਡੂਰ ਸਾਹਿਬ ਦਾ ਜਗਦੀਸ਼ ਸਿੰਘ ਚੂਹਾ ਸੀ, ਉਹਨੂੰ ਬਿਠਾਇਆ ਗਿਆ। ਉਹ ਵੀ ਜਿਹੜਾ ਹੈ 8-10 ਦਿਨਾਂ 'ਚ ਫਲਾਪ ਹੋ ਗਿਆ, ਉਹ ਕਾਰਜ ਨਹੀਂ ਹੋ ਸਕਿਆ। ਤੀਜੇ ਨੰਬਰ ਤੇ ਉਹਨਾਂ ਮਹੰਤ ਸੇਵਾਦਾਸ ਜਿਹੜਾ ਫਰੀਦਕੋਟ ਦਾ ਸੀ, ਉਹਨੂੰ ਇਸ ਕਾਰਜ ਲਈ ਤਿਆਰ ਕੀਤਾ ਕਿ ਬਈ ਚੰਡੀਗੜ੍ਹ ਦੇ ਇਸ਼ੂ ਤੇ ਆਪਾਂ ਕੋਈ ਕੁਰਬਾਨੀ ਕਰੀਏ। ਉਹ ਵੀ ਸਿਲਸਿਲਾ ਜਦੋਂ ਕਾਮਯਾਬ ਨਹੀਂ ਹੋਇਆ ਤੇ ਜਿਹੜੇ ਸਨ ਡਾਕਟਰ ਜਗਜੀਤ ਸਿੰਘ ਚੌਹਾਨ, ਇਹਨਾਂ ਨੇ ਦਰਸ਼ਨ ਸਿੰਘ ਫੇਰੂਮਾਨ, ਕਿਉਂਕਿ ਇੱਕ ਸੈਕਟਰੀ ਸਨ, ਇਹਨਾਂ ਦੇ ਜਿਹੜਾ ਪਿਛਲਾ ਜਿਹੜਾ ਕੈਰੀਅਰ ਸੀ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਕੈਦ ਹੋਈ ਸੀ ਇਹਨਾਂ ਨੂੰ ਚਾਬੀਆਂ ਦੇ ਮੋਰਚੇ ਦੇ ਵਿੱਚ ਹੋਈ ਸੀ। ਚਾਬੀਆਂ ਦਾ ਮੋਰਚਾ ਜਿਹੜਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੂੰ 1 ਸਾਲ ਦੀ ਜਿਹੜੀ ਹੈ ਕੈਦ ਹੋਈ ਸੀ, ਔਰ ਇਹਨਾਂ ਨੇ ਹੋਰ ਵੀ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਵੀ ਇੱਕ ਸਵਾਲ ਲੈ ਲਈਏ, ਫਿਰ ਦੁਬਾਰਾ ਤੁਹਾਡੇ ਕੋਲ ਆਵਾਂਗਾ ਔਰ ਇਸੀ ਗੱਲਬਾਤ ਨੂੰ ਅੱਗੇ ਤੋਰਾਂਗੇ। ਮੇਰਾ ਅਗਲਾ ਸਵਾਲ ਅਮਨਦੀਪ ਜੀ ਤੁਹਾਡੇ ਤੋਂ ਹੈ, ਕਿਉਂਕਿ ਤੁਹਾਡਾ ਪਰਿਵਾਰ ਜਿਹੜਾ ਸ਼ਹੀਦ ਦਾ ਪਰਿਵਾਰ ਹੈ, ਮਾਣ ਮੱਤੇ ਵਾਲਾ ਇਤਿਹਾਸ ਹੈ ਤੁਹਾਡੇ ਪਰਿਵਾਰ ਦਾ। ਕੀ ਸਰਕਾਰਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਮੁੱਲ ਪੈਂਦਾ ਹੈ? ਇਸ ਤੋਂ ਵਧੀਆ ਸਵਾਲ ਔਰ ਇਸ ਤੋਂ ਤੁਹਾਡੇ ਤੋਂ ਵਧੀਆ ਜਵਾਬ ਇਸ ਦਾ ਨਹੀਂ ਮਿਲ ਸਕਦਾ। ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਚੜ੍ਹਦੀ ਕਲਾ ਟਾਈਮਸ ਦਾ, ਜਿਨ੍ਹਾਂ ਨੇ ਇੰਨਾ ਵੱਡਾ ਉਦਮ ਕਰਕੇ ਇੱਕ ਏਡਾ ਵਧੀਆ ਉਦਮ ਕਰਕੇ ਇੱਕ ਕੌਮ ਦੇ ਵਿਛੜੇ ਹੋਏ ਸ਼ਹੀਦ ਨੂੰ ਫਿਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਾਇਆ, ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਬਹੁਤ ਜ਼ਰੂਰੀ। ਤੇ ਦੂਜੇ ਨੰਬਰ ਤੇ ਜਿਹੜੀਆਂ ਮੁੱਲ ਦੀ ਗੱਲ ਸਰਕਾਰਾਂ ਦੀ ਗੱਲ ਕਰੀਏ ਤਾਂ ਇਦਾਂ ਲੱਗਦਾ ਹੈ, ਕਿਉਂਕਿ ਮੇਰੀ 42-43 ਸਾਲ ਉਮਰ ਹੋਈ ਹੈ ਤੇ ਅਸੀਂ ਹਰ ਸਾਲ ਉਹਨਾਂ ਦੀ ਗੁਰਤੀ ਮਨਾਉਂਦੇ ਹਾਂ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਜਗ੍ਹਾ ਬਣੀ ਹੈ ਸਾਡੇ ਘਰਾਂ ਤੱਕ। ਤੇ ਏਦਾਂ ਮਹਿਸੂਸ ਹੁੰਦਾ ਹੈ ਸਾਨੂੰ ਕਿ ਜਿੱਦਾਂ ਇਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਹੈ ਸਿੱਖ ਕੌਮ ਦੀ ਨਾ ਹੋਣ ਕਰਕੇ, ਇਹਨਾਂ ਨੇ ਸਿਰਫ ਪਰਿਵਾਰਕ ਤੌਰ ਤੇ ਹੀ ਕੁਰਬਾਨੀ ਕੀਤੀ ਹੈ, ਕਿਉਂਕਿ ਕੋਈ ਵੀ ਉੱਥੇ ਲੀਡਰ, ਕੋਈ ਵੀ ਉਹਨਾਂ ਦਾ ਪ੍ਰਮੋਰ ਆਗੂ ਉਹਨਾਂ ਦੀ ਸ਼ਹੀਦੀ ਤੇ ਪਹੁੰਚਦਾ ਨਹੀਂ। ਜੇ ਪਹੁੰਚਦਾ ਵੀ ਹੈ ਤਾਂ ਇਸ ਤਰ੍ਹਾਂ ਪਹੁੰਚਦਾ ਹੈ ਕਿ ਜਿਸ ਤਰ੍ਹਾਂ ਉਹਨੇ ਬਹੁਤ ਵੱਡਾ ਸਾਡੇ ਤੇ ਅਹਿਸਾਨ ਕੀਤਾ ਹੈ ਪਰਿਵਾਰ ਤੇ, ਕਿਉਂਕਿ ਸਾਡਾ ਕਾਫੀ ਕੁਛ ਉੱਥੇ ਕਾਫੀ ਖਰਚਾ ਵੀ ਹੋ ਜਾਂਦਾ ਹੈ, ਕਾਫੀ ਸਾਨੂੰ ਆਪਣਾ ਕਰਨਾ ਪੈਂਦਾ ਹੈ, ਤੇ ਉਹ ਇੱਕ ਚਾਹੁੰਦੇ ਹਨ ਕਿ ਇਹਨਾਂ ਦੇ ਕਰਕੇ ਹੀ ਅਸੀਂ ਉੱਥੇ ਜਾਂਦੇ ਹਾਂ। ਤੇ ਬਾਕੀ ਮੁੱਲ ਜਿਹੜੀ ਗੱਲ ਹੈ ਤੇ ਸਾਡੇ ਦਾਦਾ ਜੀ ਨੇ ਵੀ, ਸਾਡੇ ਪਿਤਾ ਜੀ ਨੇ ਕਿਹਾ ਸੀਗਾ ਕਿ ਮੇਰੀ ਸ਼ਹੀਦੀ ਦਾ ਮੁੱਲ ਕਿਤੇ ਮੇਰਾ ਨਾਂ ਲੈ ਕੇ ਵਟਣਾ ਨਹੀਂ, ਤੇ ਉਹ ਤੇ ਅਸੀਂ ਤੇ ਉਹਨਾਂ ਦੇ ਵਚਨਾਂ ਦੇ ਉੱਤੇ ਰਹੇ, ਕਿਉਂਕਿ ਸਾਡੇ ਪਰਿਵਾਰ ਨੇ ਇਹ ਵਚਨ ਕੀਤਾ ਸੀਗਾ, ਉਹਨਾਂ ਨਾਲ ਪ੍ਰੋਮਿਸ ਵਾਅਦਾ ਕੀਤਾ ਸੀ ਕਿ ਅਸੀਂ ਕੋਈ ਵੀ ਤੁਹਾਡੀ ਸ਼ਹੀਦੀ ਦੇ ਉੱਤੇ ਇਸ ਦਾ ਮੁੱਲ ਨਹੀਂ ਲੈਣਾ। ਪਰ ਉਸ ਨੂੰ ਕਿਸੇ ਵੀ ਸਰਕਾਰਾਂ ਨੇ, ਕਿਸੇ ਵੀ ਸੰਸਥਾਵਾਂ ਨੇ ਇਹ ਨਹੀਂ ਦੁਆਰਾ ਸਮਝਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਦਾ ਪਤਾ ਲਈਏ ਜਾਂ ਉਹਨਾਂ ਦੇ ਪਰਿਵਾਰ ਨੂੰ ਪੁੱਛੀਏ। ਸੋ ਇਸ ਕਰਕੇ ਕੋਈ ਵੀ ਇੱਕ ਨਿੱਕੇ ਪੈਸੇ ਜਿੰਨੀ ਵੀ ਸਾਡੀ ਉਹਨਾਂ ਨੇ ਨਹੀਂ ਪੜੀ ਤੇ ਨਾ ਹੀ ਸਾਡਾ ਕੋਈ ਉਹਨਾਂ ਨੇ ਬਣਦਾ ਸਤਿਕਾਰ ਪਰਿਵਾਰ ਨੂੰ ਦਿੱਤਾ। ਜੀ ਬਿਲਕੁਲ। ਔਰ ਇਹ ਅੱਗੇ ਵਧਦੇ ਹੋਏ ਜਿਹੜਾ ਅਗਲਾ ਸਵਾਲ ਜੱਬਲ ਸਾਹਿਬ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਵੀ ਬਹੁਤ ਨੇੜਿਓਂ ਉਹਨਾਂ ਦੇ ਜੀਵਨ ਸਫਰ ਨੂੰ ਵਿਚਾਰਿਆ ਹੈਗਾ, ਔਰ ਜਿਸ ਕਰਕੇ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਦਾ ਕਿੰਨਾ ਕੁ ਮੁੱਲ ਅੱਜ ਦੇ ਯੁੱਗ ਵਿੱਚ ਤੁਸੀਂ ਵੇਖ ਪਾ ਰਹੇ ਹੋ? ਹਾਂਜੀ, ਸਭ ਤੋਂ ਪਹਿਲਾਂ ਰਮਾਨੀ ਸਾਹਿਬ ਸਾਰੇ ਤੁਹਾਡੇ ਸਰੋਤਿਆਂ ਨੂੰ ਤੇ ਆਪ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰਾ, ਆਪਣੇ ਚੜ੍ਹਦੀ ਕਲਾ ਜਿਹੜੇ ਆ ਵਧਾਈ ਦੀ ਪਾਤਰ ਆ, ਜਿਹੜੇ ਕਿ ਸਮੇਂ-ਸਮੇਂ ਸਿਰ ਆਪਣੇ ਦਰਸ਼ਕਾਂ ਨਾਲ ਜਿਹੜੇ ਮਸ਼ਹੂਰ ਹਸਤੀਆਂ ਨੇ ਉਹਨਾਂ ਨੂੰ ਰੂਬਰੂ ਕਰਦੀਆਂ ਨੇ ਤੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਨੇ। ਤੁਸੀਂ ਜਿਹੜਾ ਇੱਕ ਸਵਾਲ ਪੁੱਛਿਆ ਹੈ ਕਿ ਇਸ ਮੌਕੇ ਤੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਤੁਸੀਂ ਪੁੱਛਿਆ ਵੀ ਕੀ ਸਮਾਚਾਰ ਹਨ, ਜਿਸ ਤਰ੍ਹਾਂ ਕਿ ਭਾਈ ਸਾਹਿਬ ਜੈ ਤੇਗ ਸਿੰਘ ਉਹਨਾਂ ਨੇ ਦੱਸਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਕੀ ਉਹਨਾਂ ਦਾ ਸ਼ਹਾਦਤ ਦਾ ਕਾਰਨ ਕੀ ਸੀਗਾ। ਕਾਰਨ ਕੀ ਸੀਗਾ ਕਿ ਉਸ ਵੇਲੇ ਜਿਹੜੀ ਵਰਗੀ ਮਾਯੂਸੀ ਇਹ ਹੋ ਰਹੀ ਸੀ ਪੰਥ ਦੇ ਵਿੱਚ ਵੀ ਇੱਕ ਵਾਰੀ ਅਰਦਾਸ ਕਰਕੇ ਉਹ ਤੋਂ ਜਿਹੜੇ ਬੰਦੇ ਬੇਮੁਖ ਹੋ ਜਾਂਦੇ ਨੇ ਜਾਂ ਉੱਤੇ ਅਗਨਕੁੰਡ ਬਣਾਏ ਜਾਂਦੇ ਨੇ, ਪਰ ਜਦੋਂ ਉਹ ਤੋਂ ਪਾਸੇ ਹੋ ਜਾਣਾ ਉਹ ਇੱਕ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ ਹੋ ਜਾਂਦੀ ਆ। ਤੇ ਭਾਈ ਸਾਹਿਬ ਸ਼ਹੀਦ ਮਹਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਇਹ ਅਕੀਦਾ ਕਰ ਲਿਆ ਕਿ ਜਿਹਦੀ ਢਾਹ ਲੱਗਦੀ ਨੂੰ ਕਿੱਦਾਂ ਰੋਕਿਆ ਜਾਵੇ।
ਉਹਨਾਂ ਨੇ ਆਪਣੀ ਜੀ। ਤਮੰਨਾ ਜ਼ਾਹਰ ਕੀਤੀ ਕਿ ਇਹੋ ਹੀ ਤਰੀਕਾ ਆ ਕਿ ਮੈਂ ਇਹਨੂੰ ਉਹਨਾਂ ਨੂੰ ਦੱਸ ਸਕਾਂ, ਉਹਨਾਂ ਨੂੰ ਸਬੂਤ ਦੇ ਸਕਾਂ ਵੀ ਜੇ ਤੁਸੀਂ ਅਰਦਾਸ ਕਰਦੇ ਆ ਤਾਂ ਉਹ ਸਿਰ ਨਾਲ ਨਿਭਾਉਣੀ ਪੈਂਦੀ ਆ, ਇਹ ਨਹੀਂ ਵੀ ਵਿੱਚੋਂ ਛੱਡ ਕੇ ਪਾਸੇ ਹੋ ਜਾਓ। ਪਰ ਜਿਸ ਵੇਲੇ ਉਹਨਾਂ ਦਾ ਆਪਾਂ ਇਤਿਹਾਸ ਝਾਤੀ ਮਾਰਦੇ ਆ, ਜਿੱਦਾਂ ਕਿ ਤੁਸੀਂ ਆਪ ਵੀ ਦੱਸ ਚੁੱਕੇ ਆ ਕਿ ਉਹਨਾਂ ਦਾ ਪਿਛੋਕੜ ਜਿਹੜਾ ਸੀ ਸਿੰਘ ਸਭਾ ਲਹਿਰ ਤੋਂ, ਜੈਤੋ ਦੇ ਮੋਰਚੇ ਤੋਂ ਤੇ ਚਾਬੀਆਂ ਦੇ ਮਸਲੇ ਤੋਂ ਲੈ ਕੇ ਆਪਣੇ ਹਿੰਦੂ ਦੀ ਜਿਹੜੀ ਭਾਰਤ ਦੀ ਆਜ਼ਾਦੀ ਸੀ, ਕੁਇਟ ਇੰਡੀਆ ਮੂਵਮੈਂਟ ਦੇ ਲੈ ਕੇ ਸਾਰਾ ਉਹਦੇ ਵਿੱਚੋਂ ਲੰਘਿਆ ਸੀਗਾ। ਉਸ ਤੋਂ ਬਾਅਦ ਉਹ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਨੇ ਤੇ ਉਹਨਾਂ ਨੇ ਸਾਰਾ ਜਿਹੜੇ ਸਿੱਖ ਦੀਆਂ ਸ਼ਾਨਾਂ ਸੀ ਜਾਂ ਉਹਨਾਂ ਨਾਲ ਸਿੱਖਾਂ ਨਾਲ ਜੋ ਵਖਰੇਵੇਂ ਹੋ ਰਹੇ ਸੀ ਉਹਨਾਂ ਨੂੰ ਬਹੁਤ ਨੇੜਿਓਂ ਦੇਖਿਆ ਸੀਗਾ ਤੇ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਆ ਜਾਂ ਪੰਥ ਆ ਉਹਨੂੰ ਇਗਨੋਰ ਕੀਤਾ ਜਾ ਰਿਹਾ ਆ, ਕਿਉਂਕਿ ਇਗਨੋਰ ਜਿਹਨਾਂ ਪੰਥ ਦੀਆਂ ਉਸ ਵੇਲੇ ਜਿੰਨੀਆਂ ਵੀ ਆਪਾਂ ਆਜ਼ਾਦੀ ਦੇ ਸਮੇਂ ਵਿੱਚ ਜੋ ਵੀ ਉਹਨਾਂ ਦੀਆਂ ਸਰਗਰਮੀਆਂ ਦੇਖਦੇ ਆ ਤਾਂ ਪੰਥ ਨੂੰ ਮਸ਼ਹੂਰ ਸੀਗੀਆਂ, ਉਹਦੇ ਬਾਰੇ ਆਪਾਂ ਮੈਂ ਬਹੁਤਾ ਨਹੀਂ ਜਾਣਨਾ ਚਾਹੁੰਦਾ। ਪਰ ਜਿਹੜਾ ਉਹਨਾਂ ਨੇ ਇਹ ਕੀਤਾ ਉਸ ਤੋਂ ਲੱਗ ਕੇ ਤੁਸੀਂ ਅੱਜ ਦੇਖਦੇ ਆ, ਕਿਉਂਕਿ ਉਹਨਾਂ ਨੇ ਜਿਹੜੇ ਨਿਸ਼ਾਨੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਉਹ ਚੀਜ਼ਾਂ ਅੱਜ 51-50 ਸਾਲ ਤੋਂ ਉੱਪਰ ਹੋ ਚਲੇ ਨੇ, ਉੱਥੇ ਦੀਆਂ ਉੱਥੇ ਹੀ ਖੜੀਆਂ ਨੇ। ਅੱਜ ਉਹੀ ਪੰਥ ਦੇ ਵਿੱਚ ਜਿਹੜਾ ਮੋੜ ਆਇਆ ਸੀਗਾ ਉਹ ਉੱਥੇ ਦਾ ਉੱਥੇ ਹੀ ਖੜਾ ਆ। ਅੱਜ ਅਸੀਂ ਦੇਖਦੇ ਆ ਕਿ ਕਿਸ ਤਰ੍ਹਾਂ ਕਹਿ ਰਹੇ ਆ ਵੀ ਸਾਨੂੰ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ ਦੇ ਵਿੱਚ ਬਦਲ ਦੇਣਾ ਚਾਹੀਦਾ ਆ, ਜਾਂ ਜਿਹੜਾ ਰਿਫਾਰਮ ਉਸ ਵੇਲੇ ਸ਼ੁਰੂ ਹੋਇਆ ਸੀ ਉਹ ਰਿਫਾਰਮ ਨੂੰ ਦੁਬਾਰਾ ਨਵੇਂ ਸਿਰੇ ਸ਼ੁਰੂ ਕਰਨਾ ਚਾਹੀਦਾ ਆ। ਇਹ ਉਹਨਾਂ ਦੀ ਦੇਣ ਸੀਗੀ, ਪਰ ਇਹ ਹੋਇਆ ਕਿ ਕੁਝ ਸਮਾਂ ਪਾ ਕੇ ਜਿਹੜੀਆਂ ਗਵਰਨਮੈਂਟਾਂ ਸੀ ਜਾਂ ਉਹ ਆਪਣੇ ਪਰਸਨਲ ਰੀਜ਼ਨ ਕਰਕੇ ਜਾਂ ਕਹਿਤਾ ਵੀ ਉਹ ਸਾਡੇ ਜਥੇਬੰਦੀ ਵਿੱਚੋਂ ਨਹੀਂ ਸੀਗੇ, ਜਾਂ ਉਹ ਅਕਾਲੀ ਦਲ ਨਹੀਂ ਸੀਗੇ, ਜਾਂ ਉਹ ਕਾਂਗਰਸ ਨੂੰ ਛੱਡ ਗਏ ਸੀਗੇ, ਜਾਂ ਉਹਨਾਂ ਦੀ ਸਵਰਾਜ ਪਾਰਟੀ ਨਹੀਂ ਸੀਗੀ, ਇਸ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਇੰਨਾ ਚਿਰ ਅੱਖੋਂ ਜਿਹੜਾ ਸਰਕਾਰੀ ਲੈਵਲਾਂ ਤੇ ਜਾਂ ਪੰਥਕ ਲੈਵਲ ਤੇ ਜਾਂ ਜਨਤਕ ਤੌਰ ਤੇ ਉਹਨੂੰ ਇਗਨੋਰ ਕੀਤਾ ਗਿਆ। ਇਸ ਵੇਲੇ ਸਮਾਂ ਇਹ ਬਣਦਾ ਜਿੱਦਾਂ ਤੁਸੀਂ ਚੜ੍ਹਦੀ ਕਲਾ ਆ ਜਾਂ ਜਿਹੜੇ ਆਪਣਾ ਸੋਸ਼ਲ ਮੀਡੀਆ ਹੈਗਾ ਉਹਦੇ ਨਾਲ ਉਹ ਸਮਾਂ ਬਦਲ ਚੁੱਕਾ ਆ। ਉਸ ਵੇਲੇ ਕਿਉਂਕਿ ਆਮ ਲੋਕਾਂ ਨੂੰ ਦੱਸਣ ਵਾਸਤੇ ਕੋਈ ਵਿਚਾਰ ਵਟਾਂਦਰਾ ਨਹੀਂ ਸੀਗਾ, ਪਰ ਅੱਜ ਜ਼ਰੀਏ ਬਹੁਤ ਹੋ ਰਹੇ ਨੇ, ਉਹ ਲਾਮਬੰਦ ਕਰਨ ਦੀ ਚੀਜ਼ ਆ ਤਾਂ ਕਿ ਜਿਹੜੀਆਂ ਸਾਡੇ ਪੰਥਕ ਵਿੱਚ ਘਾਟ ਆ ਰਹੀ ਆ ਜਾਂ ਜਿਹੜਾ ਪਤਨ ਥੱਲੇ ਨੂੰ ਜਾਣਾ ਨਿਗਾਰ ਆਉਣਾ ਸ਼ੁਰੂ ਹੋਇਆ ਉਹਨੂੰ ਮੁੜ ਕੇ ਸੁਰਜੀਤ ਕੀਤਾ ਜਾਵੇ। ਤਾਂ ਜਿਹੜੇ ਯਤਨ ਦੀ ਖਾਤਰ ਜਿਹਦੀ ਖਾਤਰ ਫੇਰੂ ਮਾਨ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹਨੂੰ ਮੁੜ ਕੇ ਫਿਰ ਸੁਰਜੀਤ ਕੀਤਾ ਜਾਵੇ। ਜੀ ਬਿਲਕੁਲ ਆਨੰਦ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਕਿਉਂਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਅਜਿਹਾ ਸ਼ਖਸ ਜਿਸਨੇ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ ਵਿੱਚ ਹਿੱਸਾ ਲਿਆ ਹੋਵੇ, ਫਿਰ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲਿਆ ਹੋਵੇ, ਇਸ ਤੋਂ ਬਾਅਦ ਕਿ ਫਿਰ ਉਹ ਰਾਜ ਸਭਾ ਦੇ ਮੈਂਬਰ ਵੀ ਬਣਦੇ ਨੇ, ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਅਹਿਦ ਲੈਂਦੇ ਨੇ ਕਿ ਪੰਜਾਬੀ ਬੋਲਦੇ ਇਲਾਕੇ ਉਹ ਪੰਜਾਬ ਵਿੱਚ ਮੁੜ ਤੋਂ ਵਾਪਸ ਵੇਖਣਾ ਚਾਹੁੰਦੇ ਨੇ, ਤੇ ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਮੌਤ ਨੂੰ ਗਲੇ ਲਗਾ ਲੈਣਗੇ। ਅਜਿਹੀ ਮਿਸਾਲ ਅੱਜ ਤੱਕ ਵੇਖਣ ਨੂੰ ਨਹੀਂ ਮਿਲੀ, ਪਰ ਚੰਡੀਗੜ੍ਹ ਵਿੱਚ ਲਈ ਅੱਜ ਵੀ ਪੰਜਾਬ ਤਰਸ ਰਿਹਾ ਹੈ। ਇੰਨੇ ਦਹਾਕਿਆਂ ਬਾਅਦ ਵੀ ਉਹ ਮੰਗ ਹਾਲਾਂ ਵੀ ਜਿਉਂਦੀ ਤਿਉਂ ਖੜੀ ਹੈ। ਕੀ ਵੇਖਦੇ ਹੋ ਤੁਸੀਂ? ਕਿ ਜਿਹੜੀ ਇਹਨਾਂ ਦੀ ਕੁਰਬਾਨੀ ਹੋਈ ਹੈ, ਇਹ ਕੁਰਬਾਨੀ ਜਿਹੜਾ ਇਹਨਾਂ ਦਾ ਬਿਗਨਿੰਗ ਸੀ ਉਹ ਤਾਂ ਚੰਡੀਗੜ੍ਹ ਦੇ ਪੁਰਾਣੀ ਬੋਲੀ ਦੇ ਜਿਹੜੇ ਪਾਣੀਆਂ ਜਿਹੜੇ ਨੇ ਉਹ ਦੂਜੇ ਜਿਹੜੇ ਸਾਡੇ ਮਸਲੇ ਸਨ ਪੰਜਾਬ ਤੋਂ ਜਿਹੜੇ ਇਲਾਕੇ ਦੂਜੇ ਗਏ ਉਹਨਾਂ ਦੀ ਪ੍ਰਾਪਤੀ ਦੇ ਲਈ ਇਹਨਾਂ ਦੀ ਸੀ ਕੁਰਬਾਨੀ। ਔਰ ਮੈਂ ਇਹਦੀ ਇੱਕ ਸਭ ਤੋਂ ਵੱਡੀ ਗੱਲ ਇਹ ਮੈਂ ਜਾਣਨਾ ਚਾਹੁੰਦਾ ਕਿ ਇਹਨਾਂ ਨੇ ਜਿਹੜੀ ਇੱਕ ਮਿਸਾਲ ਪੈਦਾ ਕਰ ਦਿੱਤੀ ਅਰਦਾਸ, ਕਿ ਸਿੱਖ ਦੀ ਅਰਦਾਸ ਦੀ ਕੀ ਮਹੱਤਤਾ ਹੈ। ਅਸੀਂ ਅਰਦਾਸ ਨੂੰ ਰੋਲ ਦਿੱਤਾ ਸੀ, ਅਸੀਂ ਗੁਰੂ ਧਰਮ ਪੈਦਾ ਕੀਤੇ, ਅਕਾਲ ਤਖਤ ਦੀ ਬਹੁਮਤੀ ਕੀਤੀ ਔਰ ਉਹਦੇ ਚ ਅਗਨ ਕੁੰਡ ਬਣਾਏ, ਸਭ ਕੁਝ ਕੀਤਾ। ਇਹਨਾਂ ਨੇ ਕਿਹਾ ਕਿ ਜਿਹੜਾ ਸਿੱਖ ਅਰਦਾਸ ਕਰ ਲੈਂਦਾ ਉਹ ਪਿੱਛੇ ਨਹੀਂ ਹਟਦਾ, ਉਹ ਸਾਡੀ ਅਰਦਾਸ ਦੀ ਮਹੱਤਤਾ। ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਬੈਠੇ ਹੋਏ ਸਨ ਵਰਤ ਤੇ ਔਰ ਪੰਜਾਬ ਦੇ ਸਾਰੀਆਂ ਪਾਰਟੀਆਂ ਨੇ ਇੱਕ ਮਤਾ ਪਾਸ ਕੀਤਾ ਕਿ ਬਈ ਇਹਨਾਂ ਨੂੰ ਬੇਨਤੀ ਕੀਤੀ ਜਾਏ ਕਿ ਆਪਣਾ ਵਿਡਰਾਅ ਕਰ ਲੈਣ ਔਰ ਜਿਹੜਾ ਹੈ ਚੰਡੀਗੜ੍ਹ ਦਾ ਇਹਦਾ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਨੇ ਦੋ ਹੀ ਗੱਲਾਂ ਕੀਤੀਆਂ ਸੀ, ਚੰਡੀਗੜ੍ਹ ਜਾਂ ਮੌਤ, ਇਹ ਦੋ ਗੱਲਾਂ ਸਨ। ਔਰ ਜਿਹੜੇ ਗੋਲਡਨ ਟੈਂਪਲ ਦੇ ਰਹਿ ਚੁੱਕੇ ਹੈਡ ਗ੍ਰੰਥੀ ਉਹਨਾਂ ਦਾ ਨਾਂ ਸੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਵੀ ਰਹੇ ਨੇ। ਉਹਨਾਂ ਨੂੰ ਇਹਨਾਂ ਦੇ ਕੋਲ ਭੇਜਿਆ। ਜਦੋਂ ਉਹ ਇਹਨਾਂ ਦੇ ਕੋਲ ਗਏ ਕਿ ਬੇਨਤੀ ਕੀਤੀ ਕਿ ਤੁਸੀਂ ਇਹਨੂੰ ਵਰਤ ਨੂੰ ਤਿਆਗ ਦਿਓ, ਤੇ ਇਹਨਾਂ ਨੇ ਉਹਨਾਂ ਨੂੰ ਇੰਨੀ ਗੱਲ ਕਹੀ ਕਿ ਗਿਆਨੀ ਜੀ ਤੁਸੀਂ ਤਾਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਰਹੇ ਹੋ, ਤੁਹਾਨੂੰ ਤਾਂ ਇੱਕ ਸਿੱਖ ਦੀ ਅਰਦਾਸ ਦਾ ਮਹੱਤਵ ਦਾ ਪਤਾ ਹੋਣਾ ਚਾਹੀਦਾ। ਤੁਸੀਂ ਅੱਜ ਮੈਨੂੰ ਕਿਸ ਮੂੰਹ ਦੇ ਨਾਲ ਇਹ ਕਹਿ ਰਹੇ ਹੋ ਕਿ ਬਿਨਾਂ ਪ੍ਰਾਪਤੀ ਕੀਤੇ ਮੈਂ ਵਰਤ ਤੋੜ ਦਿਆਂ?
मैं कहना सिख कौम का जिहड़ा सिरड़ी पिछले इस युग दे विच होया इहदी कुर्बानी नूं साडे पंजाबियां ने सिखां ने अजें कीता। जिन्नियां भी सरकारां बणियां ने अज इस गल नूं होए नूं करीब 51 साल हो चुके ने, जिन्नियां भी सरकारां बणियां ने वो अपनी नशे दा स्वाद लैण लई इन्हां दा जिहड़ा सी कुर्बानी नूं इन्हां ने रोल दिता। कदे भी किसी ने नहीं कहा असीं सीरीयस होके गंभीर होके असीं उन्हां मुद्दिआं नूं फिर पकड़ीए जिन्हां मुद्दिआं दे लई साडे सिख कौम दी आन ते सिख कौम दी शान शहीद दर्शन सिंह फेरूमान ने कुर्बानी की। और इन्हां दी जिहड़ी कुर्बानी अंतिम समय दे विच जदों इत्थे इन्हां दा संस्कार कीता बड़ियां डांगां चलियां ने, बहुत ही उत्थे कीता। और इन्हां दी जिहड़ी भी है ਉਹਦੇ ਚ डॉक्टर जगजीत सिंह सरदार कपूर सिंह ਜਿਹੜੇ ਉਸ ਵਕਤ ਉਹ ਇਲਾਕੇ ਦੇ ਸਨ ਸਾਰੇ ਉਹਦੇ ਵੱਡੀ ਗਿਣਤੀ ਚ ਪਹੁੰਚੇ ਜਿਸ ਤਰ੍ਹਾਂ ਵੀ ਹੈ। ਮਗਰ ਸਰਕਾਰ ਨੇ ਅਜੇ ਤੱਕ ਦੋ ਗੱਲਾਂ ਨੇ, ਨਾ ਤਾਂ ਸਰਕਾਰ ਨੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਇਹਨਾਂ ਦੀਆਂ ਮੰਗਾਂ ਨਹੀਂ ਸੀ, ਇਹ ਸਮੁੱਚੇ ਪੰਜਾਬੀਆਂ ਦੀਆਂ ਮੰਗਾਂ ਸੀ। ਅਸਲ ਵਿੱਚ ਤਾਂ ਇਹਨਾਂ ਨੇ ਜਿਹੜੀ ਕੁਰਬਾਨੀ ਆ ਅਕਾਲੀਆਂ ਦੇ ਏਜੰਡੇ ਨੂੰ ਇਹ ਜਿਹੜੇ ਸਨ ਇਹਨਾਂ ਦਾ ਜਿਹੜਾ बैकग्राउंड सी जे ठीक है बिगनिंग जी है इन्होंने गुरुद्वारा सुधार ਲਈ ਕੀਤਾ और गुरुद्वारा ਪੰਜਾਬੀਆਂ ਦਾ जैतो का मोर्चा क्विट इंडिया मूवमेंट ये सारा कुछ किया। मगर ये सियासी तौर पर स्वतंत्र पार्टी नाल जुड़े हुए सन। ये जे उस वक्त होए ये स्वतंत्र पार्टी इन्होंने अकालियों के एजेंडे नूं अडॉप्ट करके एडी वड्डी कुर्बानी कि अकालियों का फर्ज नहीं बनता सी कि जिस लई इन्होंने एडी वड्डी कुर्बानी की। फतेह सिंह कई बार भजया उस कुर्बानी नूं जिउंदा रखण लई, उस विरसे ते विरासत नूं कायम रखण लई असीं अपनी जिहड़ी भी सरकार बनदी है असीं पहली गल असीं चंडीगढ़ की प्राप्ति दे लई गल करिए। मगर सवाल ही पैदा नहीं हुंदा इन्हां नूं अपणियां कुर्सियां प्यारियां ने, इन्हां नूं किसे नूं ना तां सिक्खी प्यारी है ना पंजाब दी आन ते शान दे नाल है। इन्हां नूं अपणियां गद्दियां परिवार जिहड़े ने वो गद्दियां ते काबज रहन मेरा ये विचार दे विच। और मैं इत्थे ये भी गल कहनी चाहुंदा कि जिहड़ी इन्हां ने कुर्बानी की है और असीं जिहड़े इन्हां दे जिहड़े पासको भी नहीं इहदे इन्हां दे गोडियां ते गिट्टियां दे नेड़े भी नहीं उन्हां दियां असीं यादगारां बना दिंदे हां जिन्हां दी कोई कुर्बानी नहीं। मगर इन्हां दी पंजाब सरकार ने किते भी ना ही श्रोमणी कमेटी ने कोई बड़े पद्धर ते यादगार स्थापित करने का यतन नहीं किया। और इत्थों तक साडे जिहड़े इन्हां नूं प्यार करने वाले दुनिया भर च रह रहे लोग वो चाहुंदे ने घट्टो घट्ट उस दिन एक छुट्टी का ही ऐलान किया जाए। मगर सवाल ही पैदा नहीं हुंदा। असीं इन्हां दे दिन नूं फेरूमान क्योंकि मैं जिहड़े इन्हां दे घर जाण दा मैनूं मौका मिलिया क्योंकि जदों असीं सरदार कपूर सिंह दा 100 साल कीता सी ते सरदार अमरदीप सिंह जिहड़े स्टॉकटन तो इन्हां दे डैडी नूं असीं ते चंडीगढ़ च असीं इन्हां नूं शहीद दर्शन सिंह फेरूमान यादगारी अवार्ड का सन्मान दिता सी। और इन्हां ने मैनूं दावत दित्ती सी कि तुसीं भाजी कदे घर आओ। मैं वो घर जिथे फेरूमान ने अपना जन्म लिया, फेरूमान ने अपनी किसानी के दिन किते वो घर च मैं गया सारा कुछ देखा। मगर सानूं एहसास नहीं है कि जिहड़े सिख कौम असीं लोंगोवाल दा तां दिन मना सकदे हां, टोड़ा भी इन्हां नूं भुलदा नहीं। भजे भजे असीं जांदियां सरकारां और कौम दा जिहड़ा क्योंकि लगातार खान साहब जिवें कह रहे हैं कि सरकारां ने विसराया होया है सरदार दर्शन सिंह फेरूमान जी दी शहादत नूं। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਬਾਰੇ ਕਿਉਂਕਿ ਜਦੋਂ ਵੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੇ ਮਰਨ ਵਰਤ ਨੂੰ ਜੀਆਂ ਮਜ਼ਾਕ ਬਣਾ ਦਿੱਤਾ ਸੀ। ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ? हेलो अमन जी। हाँ जी सवाल अमन जी तो है। हाँ जी जी जेड़ा अमन जी जिवें हाँ जी 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 अपनी गल पूरी करो जी। अमन जी तुसीं अपनी गल सुनिया नहीं। अमन जी मेरा सवाल सी जिवें कि आनंद साहब कह रहे सीगे कि ਜਿਹੜੇ ਸ਼ਹਾਦਤ ਹੋਈ ਹੈ ਉਹਨਾਂ ਨੂੰ ਸਰਕਾਰਾਂ ਨੇ ਵਿਸਰਾ ਦਿੱਤਾ ਹੈ ਅਤੇ
ਪਾਰਟੀ ਜਿਹੜੀ ਹੈਗੀ ਹੈ ਸਿਰਫ ਆਪਣੇ ਭਾਈ ਭਤੀਜਾਵਾਦ ਤੱਕ ਰਹਿ ਗਈ ਹੈ, ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹ ਆਪਣੇ ਭਾਈ ਭਤੀਜਾਵਾਦ ਤੱਕ ਹੀ ਰਹਿ ਜਾਂਦੀਆਂ ਨੇ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਵਾਕਿਫ ਹੋ? ਔਰ ਇਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਜਦੋਂ ਵੀ ਫੇਰੂਮਾਨ ਜੀ ਦਾ ਨਾਂ ਸਾਹਮਣੇ ਆਉਂਦਾ ਤਾਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੇ ਮਰਨ ਵਰਤ ਨੂੰ ਮਜ਼ਾਕ ਬਣਾ ਕੇ ਉਸਦਾ ਰੱਖ ਦਿੱਤਾ ਸੀ। ਇਸ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ? ਮੈਂ ਤੁਹਾਡੇ ਨਾਲ ਸਾਰੀ ਜਿੰਨੇ ਵੀ ਉਸ ਸਮੇਂ ਇਹ ਆਵਾਜ਼ ਉੱਠੀ ਮੈਂ ਉਸ ਨਾਲ ਸਹਿਮਤ ਹਾਂ, ਕਿਉਂਕਿ ਉਸ ਸਮੇਂ ਦੀਆਂ ਰਾਜਸੀ ਪਾਰਟੀਆਂ ਇੱਥੋਂ ਤੱਕ ਸੀਮਤ ਸੀ ਕਿ ਆਪਣਾ ਲਾਭ ਲੈਣ ਵਾਸਤੇ ਉਹਨਾਂ ਦਾ ਨਾਮ ਜੋਸ਼ ਹੁੰਦਾ ਸੀ, ਤੇ ਹੁਣ ਵੀ ਹੋ ਰਿਹਾ ਆ। ਤੇ ਪਲੱਸ ਇਹਨਾਂ ਨੂੰ ਕਿਸੇ ਨੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਇਹਨਾਂ ਨੂੰ ਵਿਸਾਰਨ ਦਾ ਧਈਆ ਕੀਤਾ। ਕਈਆਂ ਨੇ ਇਹਨਾਂ ਦੇ ਜੋ ਵਚਨ ਸੀਗੇ, ਜੋ ਇਹਨਾਂ ਦੇ ਅਸੂਲ ਸੀਗੇ, ਜੋ ਇਹਨਾਂ ਦਾ ਗਾੜੀ ਰਾਹ ਸੀਗਾ, ਉਹਨਾਂ ਨੂੰ ਕੌਮ ਤੱਕ ਨਾ ਆਵੇ ਅੱਗੇ, ਉਹਨਾਂ ਨੂੰ ਤਾਂ ਕਰਕੇ ਇਸ ਚੀਜ਼ ਨੂੰ ਨੱਪਣ ਦੀਆਂ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਤੇ ਜੋ ਵੀ ਇਹਨਾਂ ਦੀ ਸ਼ਹੀਦੀ ਸੀਗੀ, ਜੋ ਇਹਨਾਂ ਦੇ ਜੋ ਅਸੂਲ ਸੀਗੇ, ਜੋ ਇਹਨਾਂ ਦੇ ਪਿੱਛੇ ਕੰਮ ਕਰਦੇ ਸੀ, ਜੋ ਇਹਨਾਂ ਦੇ ਅਸੂਲ ਸੀਗੀ, ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਜੋ ਕੰਮ ਕਰਨੇ ਚਾਹੀਦੇ ਸੀ, ਜੋ ਇੱਕ ਉਪਰਾਲੇ ਹੋਣੇ ਚਾਹੀਦੇ ਸੀ, ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਕੀਤੇ ਗਏ। ਕਿਉਂਕਿ ਹਰ ਇੱਕ ਪਾਰਟੀ ਵਿੱਚ ਹੀ ਔਣਤਾਈਆਂ ਸਨ, ਕਿਉਂਕਿ ਇਹ ਉਸ ਸਮੇਂ ਇਹ ਹਰ ਇੱਕ ਦੇ ਮਤਲਬ ਬੜਾ ਵੱਡਾ ਇਹਨਾਂ ਨੇ ਇਨਕਲਾਬ ਦੀ ਗੱਲ ਕੀਤੀ ਸੀ ਕਿ ਸਾਰਾ ਹੀ ਉਸ ਸਮੇਂ ਜੋ ਵੀ ਲੋਕ ਸੀਗੇ ਉਹ ਮਨਮਤ ਨੂੰ ਇੱਕ ਮਜ਼ਾਕ, ਅਰਦਾਸ ਨੂੰ ਇੱਕ ਮਜ਼ਾਕ ਦੇ ਰੂਪ ਵਿੱਚ ਲੈ ਆਂਦਾ ਸੀ ਉਹਨਾਂ ਨੇ। ਕਿਉਂਕਿ ਇੱਕ ਅਰਦਾਸ ਹੀ ਸਿੱਖ ਦੀ ਐਸਾ ਇੱਕ ਕੰਮ ਆ ਜਿੱਥੇ ਆਪਣੀ ਇੱਕ ਕੌਮ ਖੜੀ ਹੈ, ਤੇ ਉਸ ਨੂੰ ਕਮਜ਼ੋਰ ਕਰਨ ਵਾਸਤੇ ਉਸ ਸਮੇਂ ਦੇ ਅਖੌਤੀ ਲੀਡਰਾਂ ਨੇ ਕਿੱਦਾਂ ਮਜ਼ਾਕ ਬਣਾਇਆ। ਤੇ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਨੇ ਇੱਕ ਦੱਸੀ ਹੋਈ ਪੱਗ ਨੂੰ ਕੌਮ ਦੇ ਸਿਰ ਤੇ ਫਿਰ ਰੱਖਿਆ ਤੇ ਆਪਣੀ ਕੁਰਬਾਨੀ ਦਿੱਤੀ। ਤੇ ਸਿਰਫ ਇਹੀ ਇੱਕ ਕਾਰਨ ਹੈ ਕਿ ਉਹਨਾਂ ਦੀ ਸ਼ਹੀਦੀ ਨੂੰ ਅਣਗੌਲਿਆ ਗਿਆ, ਕਿਉਂਕਿ ਕਾਂਗਰਸੀ ਚਾਹੁੰਦੇ ਸਨ ਕਿ ਸਾਡੀਆਂ ਔਣਤਾਈਆਂ ਅੱਗੇ ਨਾ, ਉਹਨਾਂ ਨੇ ਉਸ ਚੀਜ਼ ਨੂੰ ਨਾ ਅਪਣਾਇਆ, ਅਤੇ ਅਕਾਲੀ ਚਾਹੁੰਦੇ ਸਨ ਕਿ ਸਾਡੇ ਵਿੱਚ ਬਹੁਤ ਜ਼ਿਆਦੀਆਂ ਗਲਤੀਆਂ ਹਨ, ਉਹਨਾਂ ਨੇ ਵੀ ਇਸ ਚੀਜ਼ ਨੂੰ ਅੱਗੇ ਨਾ ਲਿਆਂਦਾ। ਸੋ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਕੌਮ ਦੇ ਏਡੇ ਵੱਡੇ ਜਰਨੈਲ, ਏਡੇ ਵੱਡੇ ਸ਼ਹੀਦ ਜਿਹਦੀ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ, ਉਹਨਾਂ ਨੂੰ ਵਿਸਾਰ ਦਿੱਤਾ। ਤੇ ਉਹਨਾਂ ਦੀ ਸ਼ਹੀਦੀ ਨੂੰ ਇੱਕ ਪਰਿਵਾਰਕ ਤੌਰ ਤੱਕ ਹੀ ਸੀਮਿਤ ਕਰਕੇ ਉਹ ਚਾਹੁੰਦੇ ਸੀਗੇ ਕਿ ਉਹਨਾਂ ਨੇ ਉਸ ਚੀਜ਼ ਵਿੱਚ ਸਫਲ ਹੋਏ ਤੇ ਹੋ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਸ਼ਹੀਦੀ ਆ, ਜੋ ਉਹਨਾਂ ਦੇ ਜੋ ਗਾਡੀ ਰਾਹ ਆ, ਕਿਸੇ ਵੀ ਬਾਹਰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾ ਪਤਾ ਲੱਗੇ। ਜੀ ਸੁਰਿੰਦਰ ਸਿੰਘ ਜੱਬਲ ਸਾਹਿਬ, ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਿ ਆਖਰ ਅਜਿਹੀਆਂ ਕਿਹੜੀਆਂ ਪ੍ਰਸਥਿਤੀਆਂ ਸਨ ਉਹ ਜਿਸ ਨੇ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਨੂੰ ਸ਼ਹੀਦ ਹੋਣ ਦੇ ਲਈ ਮਜਬੂਰ ਕਰ ਦਿੱਤਾ? ਉਹ ਦੇਖੋ, ਆਪਾਂ ਜਦੋਂ ਇਹ ਚੀਜ਼ਾਂ ਸੋਚਦੇ ਆ, ਜਦੋਂ ਕਹਿੰਦੇ ਨੇ ਕਿ ਬਚਨ ਕਰ ਜਿਹੜਾ ਕਰਕੇ ਕੋਈ ਬੰਦਾ ਖਿਸਕ ਜਾਵੇ ਉਹ ਕੱਚਾ ਨਰ ਹੁੰਦਾ ਆ, ਪਰ ਜੇ ਤੁਸੀਂ ਅਰਦਾਸ ਤੋਂ ਬੰਦਾ ਇਨਕਾਰੀ ਹੋਵੇ ਉਹਦਾ ਦੇਖੋ ਵੀ ਕਿੰਨਾ ਕੁ ਦੋਸ਼ ਉੱਤੇ ਲੱਗਦਾ ਆ। ਕਿਉਂਕਿ ਅਰਦਾਸ ਜਦੋਂ ਆਪਾਂ ਕਰਦੇ ਆ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹੋ ਕੇ ਇੱਕ ਐਸੀ ਗਵਾਹੀ ਭਰਦੇ ਆ ਵੀ ਪਰਮਾਤਮਾ ਸਾਡੇ ਜ਼ਾਮਨ ਹੋ ਕੇ ਮੇਰੇ ਬਚਨ ਨੂੰ ਪੂਰਾ ਕਰਦੇ ਜਿਹੜੇ ਮੈਂ ਅਰਦਾਸ ਕਰ ਰਹੇ ਆ। ਪਰ ਜਦੋਂ ਉਹਦਾ ਜਦੋਂ ਹਸ਼ਰ ਹੁੰਦਾ ਦੇਖਿਆ, ਇੱਕ ਤਾਂ ਇਹ ਸੀਗਾ, ਦੂਜਾ ਫਿਰ ਜਿਹੜਾ ਉਹ ਜਿਹੜੀਆਂ ਮੰਗਾਂ ਜਿਹੜੀਆਂ ਚੱਲਦੀਆਂ ਪਈਆਂ ਸੀਗੀਆਂ, ਹਾਲਾਂਕਿ ਇਹ ਹੋਰ ਪਾਰਟੀ ਵਿੱਚ ਸੀਗੇ, ਉਹ ਪਾਰਟੀ ਅਕਾਲੀ ਪਾਰਟੀ ਜਾਂ ਜਿੰਨੀਆਂ ਵੀ ਪਾਰਟੀਆਂ ਕਾਂਗਰਸ ਵੀ ਆਈਆਂ, ਉਹਨਾਂ ਨੇ ਇਹ ਕਿਹਾ ਸੀ ਵੀ ਪੰਜਾਬ ਨਾਲ ਧੱਕੇ ਹੋ ਰਹੇ ਆ, ਉਹਨਾਂ ਨੇ ਸਾਰੇ ਚੀਜ਼ਾਂ ਲਈਆਂ ਆ। ਪਰ ਜਦੋਂ ਇਹਨਾਂ ਨੇ ਉਹਨੂੰ ਵੀ ਦਿੱਤਾ, ਪਹਿਲ ਦਿੱਤੀ ਵੀ ਤੁਹਾਨੂੰ ਬਣਾਉਣ ਲਈ ਕਰਨਾ ਚਾਹੀਦਾ, ਪਰ ਜਿਹੜਾ ਇਹ ਸੰਕਲਪ ਆਵੇ ਜਿਹਨੂੰ ਕਦੇ ਕਹਿਣਾ ਵੀ ਮੱਧ ਵੱਤ ਰੱਖ ਕੇ ਕੋਈ ਚੀਜ਼ ਮੰਗਵਾ ਲਓ, ਇਹ ਉਹਨਾਂ ਦਾ ਸੰਕਲਪ ਨਹੀਂ ਸੀਗਾ। ਜੇ ਆਪਾਂ ਪਿੱਛੇ ਦੇ ਦੇਖਿਆ ਜਾਵੇ ਤਾਂ ਉਹਨਾਂ ਨੇ ਜਦੋਜਹਿਦਾਂ ਕੀਤੀਆਂ, ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਉਹਨਾਂ ਨੇ ਲਾਠੀਆਂ ਵੀ ਖਾਧੀਆਂ, ਜੋ ਵੀ ਕੀਤਾ ਉਹਨਾਂ ਨੇ ਇਸ ਵਿੱਚੋਂ ਨਿਕਲ ਕੇ ਜਦੋਂ ਆਏ ਆ ਤਾਂ ਉਹਨਾਂ ਦਾ ਸੰਕਲਪ ਸਿਰਫ ਇੰਨਾ ਹੀ ਸੀ, ਜਿਹੜੀ ਪੰਥ ਦੀ ਹੇਠੀ ਹੋ ਰਹੀ ਆ ਇਹ ਨਾ ਹੋਵੇ, ਇਹਨੂੰ ਆਪਾਂ ਮੁੜ ਕੇ ਸਮੇਂ ਤੋਂ ਸੁਰਜੀਤ ਕੀਤਾ ਜਾਵੇ। ਪਰ ਜਿਹੜੇ ਉਸ ਵੇਲੇ ਵਿਰੋਧ ਪਾਰਟੀਆਂ ਸੀਗੀਆਂ ਜਾਂ ਲੀਡਰਸ਼ਿਪ ਜਿਹਨੂੰ ਕਹਿ ਦਿੰਦੇ ਆ, ਲੀਡਰਸ਼ਿਪ ਨੂੰ ਇਹ ਅਵਾਰਾ ਨਹੀਂ ਸੀਗਾ, ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦੀ ਆਪਣੀ ਬੇਇੱਜ਼ਤੀ ਹੁੰਦੀ ਸੀ ਲੀਡਰਾਂ ਦੀ, ਵੀ ਅਸੀਂ ਭਜਨ ਗੱਜ ਕੇ ਨੱਠ ਗਏ ਆ। ਇਸ ਕਰਕੇ ਉਹਨਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਆ। ਅੱਜ ਵੀ ਸਮਾਂ ਆ, ਇਹਨਾਂ ਨੂੰ ਚਾਹੀਦਾ ਆ ਵੀ ਉਹਨਾਂ ਨੂੰ ਉਹ ਅਣਗੌਲਿਆਂ ਨੂੰ ਛੱਡ ਕੇ ਇਹਦੇ ਵੱਲ ਧਿਆਨ ਦਿੱਤਾ ਜਾਵੇ, ਤਾਂ ਕਿ ਆਪਣੇ ਹੋਰ ਵੀ ਜੋ ਵੀ ਆਪਾਂ ਗੱਲਬਾਤ ਕਰਕੇ ਆ, ਸਾਨੂੰ ਪ੍ਰੈਕਟੀਕਲੀ ਜਿਹੜੇ ਵੀ ਕੋਈ ਰੀਜ਼ਨਿੰਗ ਹੈ ਉਹਨਾਂ ਰੀਜ਼ਨਿੰਗ ਦੇ ਕੇ ਉਹਨਾਂ ਨੂੰ ਸੁਰਜੀਤ ਕੀਤਾ ਜਾਵੇ, ਉਹਨਾਂ ਨੂੰ ਸ਼ਹੀਦਤ ਦਾ ਜਿੱਦਾਂ ਦੇ ਕੇ ਉਸੇ ਹਿਸਾਬ ਨਾਲ ਉਹਨਾਂ ਨੂੰ ਮਨਾਇਆ ਜਾਵੇ। ਜਿੱਦਾਂ ਕਿ ਭਾਈ ਸਾਹਿਬ ਨੇ ਕਿਹਾ, ਕੋਈ ਛੁੱਟੀ ਕੀਤੀ ਜਾਵੇ ਜਾਂ ਕੋਈ ਉਹਨਾਂ ਲਈ ਦਿਨ ਮੁਕਰਰ ਕੀਤਾ ਜਾਵੇ, ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਚੱਕੀਏ ਵੀ ਜੇ ਇੱਕ ਵਾਰੀ ਕੋਈ ਗਲਤੀ ਹੋ ਗਈ ਉਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਆ। ਤੇ ਜਾਂ ਜਿਹੜਾ ਵੀ ਜੋ ਵੀ ਚੀਜ਼ਾਂ ਸਾਡੀਆਂ ਅੱਜ ਜਿਹੜੇ ਮਸਲੇ ਚੱਲ ਰਹੇ ਆ, ਉਹ ਇਕੱਲੇ ਅਕਾਲੀਆਂ ਦਾ ਸਿੱਖਾਂ ਦੇ ਨਹੀਂ ਗੇ, ਪੰਜਾਬ ਦੇ ਮਸਲੇ ਆ,
ਪੰਜਾਬ ਵਿੱਚ ਹਰ ਇੱਕ ਚੀਜ਼ ਤੁਸੀਂ ਇਸ ਵੇਲੇ ਕੋਈ ਕਹਿੰਦੇ ਵਾਤਾਵਰਨ ਦੂਸ਼ਿਤ ਆ, ਇਸ ਵੇਲੇ ਕਹਿੰਦੇ ਪਾਣੀ ਨਹੀਂ ਲੱਭਦਾ, ਜਵਾਨੀ ਖਰਾਬ ਹੋ ਰਹੀ ਆ, ਹੋਰ ਚੀਜ਼ਾਂ ਆ। ਉਹਨਾਂ ਦੀ ਸਿਰਫ ਇਹੋ ਹੀ ਆ ਵੀ ਜੇ ਚੰਗੇ ਤਰੀਕੇ ਨਾਲ ਬੈਠ ਕੇ ਇਹਨੂੰ ਕੁਝ ਸੁਲਝਾਇਆ ਜਾਵੇ ਤਾਂ ਹੀ ਅਸੀਂ ਇਹਨਾਂ ਦੀ ਸ਼ਹਾਦਤ ਤੋਂ ਕੋਈ ਨਾ ਕੋਈ ਹੱਲ ਲੈ ਸਕਦੇ ਹਾਂ। ਬਿਲਕੁਲ। ਆਨੰਦ ਸਾਹਿਬ, ਤੁਹਾਡੇ ਤੋਂ ਵੀ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਜਦੋਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਮਰਨ ਵਰਤ ਤੇ ਬੈਠੇ ਸਨ ਤਾਂ ਉਹਨਾਂ ਦੀ ਇੱਕ ਮੁੱਖ ਮੰਗ ਤਾਂ ਚੰਡੀਗੜ੍ਹ ਜ਼ਰੂਰ ਸੀ, ਹੋਰ ਕਿਹੜੀਆਂ ਮੁੱਖ ਮੰਗਾਂ ਸਨ ਜਿਸ ਦੇ ਕਾਰਨ ਉਹਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ? ਦੇਖੋ ਜੀ, ਮੁੱਖ ਮੰਗ ਤਾਂ ਮੇਨ ਉਹਨਾਂ ਦੀ ਚੰਡੀਗੜ੍ਹ ਪਾਣੀ ਦੇ ਮਸਲੇ ਸੀ, ਔਰ ਜਿਹੜਾ ਮੇਨ ਅਖਾੜਾ ਸੀ ਉਹ ਅਰਦਾਸ ਸੀ ਕਿ ਸਿੱਖ ਦੀ ਜਿਹੜੀ ਅਰਦਾਸ ਹੈ ਉਹਨਾਂ ਨੇ ਦੁਨੀਆ ਨੂੰ ਇਹ ਦੱਸਣਾ ਸੀ ਕਿ ਸਿੱਖ ਅਰਦਾਸ ਕਰਕੇ ਪਿੱਛੇ ਨਹੀਂ ਮੁੜਦਾ। ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ, ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਸਾਂ ਕਿ ਕੁਰਬਾਨੀ ਦੇ ਲਈ ਉਹਨਾਂ ਨੂੰ ਡਾਕਟਰ ਜਗਜੀਤ ਸਿੰਘ ਹੋਰਾਂ ਨੇ ਇਸ ਗੱਲ ਨੂੰ ਪ੍ਰੇਰਿਆ ਸੀ। ਡਾਕਟਰ ਜਗਜੀਤ ਸਿੰਘ ਇਹਨਾਂ ਦੇ ਪਿਛੋਕੜ ਨੂੰ ਜਾਣਦਾ ਸੀ ਕਿ ਇਹ ਏਡੇ ਬੜੇ ਸਿਡਰੀ ਨੇ, ਔਰ ਜਦੋਂ ਇਹ ਅੰਦਰ ਗਏ ਨੇ ਇਹਨਾਂ ਨੇ ਪਾਣੀ ਤੱਕ ਵੀ ਨਹੀਂ ਲਿਆ। ਅਖੀਰ ਜਦੋਂ 12 ਤਰੀਕ ਪੰਜਾਬ ਦੀ ਸਾਰੀ ਕੈਬਨਿਟ ਜਿਹੜੀ ਉਸ ਵਕਤ ਗੁਰਨਾਮ ਸਿੰਘ ਜੀ ਬਜ਼ਾਰ ਸੀ ਔਰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਬਾਰ-ਬਾਰ ਅਪੀਲਾਂ ਕੀਤੀਆਂ, ਇਹਨਾਂ ਨੇ ਇੱਕੋ ਹੀ ਗੱਲ ਕੀਤੀ, ਚੰਡੀਗੜ੍ਹ ਜਾਮੋ। ਇਹਨਾਂ ਨੇ ਚੰਡੀਗੜ੍ਹ ਅਨਾਉਂਸ ਕੀਤਾ ਕਿ ਕੋਈ ਵੀ ਚੀਜ਼ ਕੀਤੀ ਗਈ ਨਹੀਂ ਸੀ। ਮਗਰ ਜੋ ਕਿਹਾ ਜਾਂਦਾ ਹੈ ਕੁਛ, ਕਿਉਂਕਿ ਜਿਹੜੀ ਇਹਨਾਂ ਦੀ ਵਸੀਅਤ ਸੀ ਉਹ ਸਰਦਾਰ ਕਪੂਰ ਸਿੰਘ ਨੇ ਲਿਖੀ ਸੀ, ਇਹਨਾਂ ਨੇ ਨਹੀਂ ਲਿਖੀ, ਸਰਦਾਰ ਕਪੂਰ ਸਿੰਘ ਨੇ ਕੀਤੀ। ਔਰ ਡਾਕਟਰ ਜਗਜੀਤ ਸਿੰਘ ਵੀ ਸੀ ਜਿਹਦੇ ਵਿੱਚ ਅਖੀਰ ਵਿੱਚ ਇਹਨਾਂ ਨੇ ਸਿੱਖ ਹੋਮਲੈਂਡ ਨੂੰ ਇਹ ਦਰਜ ਕੀਤਾ ਸੀ। ਮਗਰ ਇਹਦਾ ਭਾਵ ਇਹ ਨਹੀਂ ਕਿ ਸਿੱਖ ਹੋਮਲੈਂਡ ਦਰਜ ਕਰ ਦਿੱਤਾ ਕਿ ਉਹਨਾਂ ਨੇ ਚੰਡੀਗੜ੍ਹ ਤੋਂ ਸਟਾਰਟ ਚੰਡੀਗੜ੍ਹ ਤੋਂ ਹੋਇਆ ਸੀ। ਅਖੀਰ ਵਿੱਚ ਇਹਨਾਂ ਦਾ ਸਿੱਖ ਹੋਮਲੈਂਡ ਦਾ ਵੀ ਸੀ ਕਿ ਅਸੀਂ ਉਹਦੇ ਵਿੱਚ ਜੋ ਕੁਝ ਵੀ ਉਹਦੀ ਪੂਰਤੀ ਦੇ ਲਈ ਜਾਂ ਜੋ ਕੁਝ ਵੀ ਇਹਨਾਂ ਨੇ ਇਹ ਗੱਲ ਜ਼ਰੂਰ ਕੀਤੀ। ਔਰ ਇੱਥੋਂ ਤੱਕ ਕਿ ਥੋੜਾ ਜਿਹਾ ਇਹਨਾਂ ਨੂੰ ਅਲਰਜੀ ਕਹਿ ਲਓ ਜਾਂ ਇਹਨਾਂ ਦਾ ਸੀ ਕਿ ਇਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਹੋਇਆ ਸੀ ਕਿ ਫਤਿਹ ਸਿੰਘ ਦੇ ਮੈਂ ਮੂੰਹ ਨਹੀਂ ਲੱਗਣਾ ਚਾਹੁੰਦਾ। ਅਖੀਰਲੇ ਟਾਈਮ ਜਦੋਂ ਇਹ ਜੇਲ੍ਹ ਵਿੱਚ ਸਨ, ਜੇਲ੍ਹ ਤੋਂ ਨਹੀਂ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਇਹਨਾਂ ਨੂੰ, ਜਦੋਂ ਅਖੀਰਲੇ ਦਿਨ ਸਨ, ਫਤਿਹ ਸਿੰਘ ਹਮਦਰਦੀ ਜਤਾਉਣ ਲਈ ਇੱਕ ਦਿਨ ਫੁੱਲਾਂ ਦਾ ਟੋਕਰਾ ਲੈ ਕੇ ਇਹਨਾਂ ਦੇ ਉੱਥੇ ਹਸਪਤਾਲ ਦੇ ਵਿੱਚ ਜਿੱਥੇ ਵਾਰਡ ਹੈ ਉੱਥੇ ਐਂਟਰ ਕੀਤਾ। ਮਗਰ ਅਚਨਚੇਤ ਹੀ ਬਿਜਲੀ ਗੁੱਲ ਹੋ ਗਈ ਔਰ ਇਹ ਫਤਿਹ ਸਿੰਘ ਦਾ ਮੂੰਹ ਨਹੀਂ ਦੇਖ ਸਕੇ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮੈਂ ਫਤਿਹ ਸਿੰਘ ਦਾ ਮੂੰਹ ਦੇਖਣਾ ਚਾਹੁੰਦਾ। ਉਹ ਕੁਦਰਤ ਵੱਲੋਂ ਇਹ ਗੱਲ ਹੋਇਆ। ਉਹ ਮੈਂ ਇੱਥੇ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੀਆਂ ਸੀ ਹਸਤੀਆਂ, ਇਹਨਾਂ ਦੇ ਜਿਹੜੇ ਮਿਸਿਸ, ਇਹਨਾਂ ਦੀ ਡਾਟਰ, ਇਹਨਾਂ ਦੇ ਪੁੱਤਰ ਸਾਰੇ ਸਨ। ਔਰ ਉਸ ਵਕਤ ਜਿਹੜੀਆਂ ਹਸਤੀਆਂ ਸਿਰ ਤੇ ਰੱਖੀਆਂ ਸਨ ਉਹ ਕਲਸ਼ ਲੈ ਕੇ ਆਏ ਸੀ, ਉਹ ਗਿਆਨ ਸਿੰਘ ਕਾੜੇ ਵਾਲਾ ਸੀ, ਉਸੇ ਤਰ੍ਹਾਂ ਡਾਕਟਰ ਜਗਜੀਤ ਸਿੰਘ ਸੀ, ਸੁਤੰਤਰ ਪਾਰਟੀ ਦਾ ਬਸੰਤ ਸਿੰਘ ਸੀ, ਕਰਤਾਰ ਸਿੰਘ ਦੋਲੇ ਨੰਗਲ ਜਿਹੜੇ ਇਲਾਕੇ ਦੇ ਸਨ, ਸੋਹਣ ਸਿੰਘ ਜਲਾਲ ਉਸਮਾਨ ਸੀ। ਔਰ ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਦੇ ਜਿਹੜੇ ਸੋਹਰਾ ਸਾਹਿਬ ਜੇਜੀ ਸਾਹਿਬ ਵੀ ਇੱਕ ਬਿਰਧ ਅਵਸਥਾ ਦੇ ਵਿੱਚ ਆਏ ਸਨ। ਵੱਡੀ ਗਿਣਤੀ ਵਿੱਚ ਸਾਰੇ ਵਿਚਾਰਧਾਰਾ ਦੇ, ਸਾਰੀਆਂ ਰਾਜਸੀ ਪਾਰਟੀਆਂ ਦੇ ਬੰਦੇ ਉਸ ਵਕਤ ਇਕੱਠੇ ਹੋਏ ਸਨ। ਔਰ ਉਸ ਵਕਤ ਬੜੀਆਂ ਪਾਬੰਦੀਆਂ ਸਨ। ਮੈਂ ਉਸ ਸਮੇਂ ਦੇ ਜਿਹੜੇ ਨੇ ਅੱਜ ਤੋਂ 51 ਸਾਲ ਪਹਿਲਾਂ ਮੈਨੂੰ ਫੋਟੋਗ੍ਰਾਫਸ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੀ ਨਜ਼ਰ ਦੇ ਵਿੱਚ ਜਿਹੜੀ ਵੀ ਇਹਨਾਂ ਦੀ ਕੁਰਬਾਨੀ ਦੀ ਜਿਹੜਾ ਮੁੱਢ ਹੈ ਉਹ ਮੈਂ ਉਹਨੂੰ ਚੰਡੀਗੜ੍ਹ ਹੀ ਇਹ ਮੰਨਦਾ, ਕਿਉਂਕਿ ਇਹਨਾਂ ਨੇ ਵਸੀਅਤ ਤੇ ਦਸਤਖਤ ਜ਼ਰੂਰ ਕੀਤੇ ਨੇ, ਵਸੀਅਤ ਇਹਨਾਂ ਨੇ ਲਿਖੇ ਨਹੀਂ। ਜਦੋਂ ਬੰਦਾ ਬਿਮਾਰ ਹੁੰਦਾ ਹੈ, ਨਿਢਾਲ ਹੁੰਦਾ ਹੈ, ਉਹਦੇ 'ਚ ਇੰਨੀ ਸਮਰਥਾ ਨਹੀਂ ਕੋਈ ਇੱਕ ਸ਼ਬਦ ਦੇ ਵਿੱਚ ਕੋਈ ਚੇਂਜ ਕਰ ਸਕੇ, ਜਾਂ ਉਹਨਾਂ ਨੇ ਇੱਕ ਵਿਸ਼ਵਾਸ ਦੇ ਨਾਤੇ ਉਹਨੂੰ ਕੀਤੀ ਗਈ ਹੈ। ਮਗਰ ਜਿਹੜੇ ਬੰਦੇ ਸਾਡੇ ਸੀ ਉਹ ਆਪਣੇ ਮੁਫਾਦ ਦੇ ਲਈ ਉਹ ਉਸ ਚੀਜ਼ ਨੂੰ ਚੱਕਣ ਦੇ ਲਈ ਬਹੁਤ ਹੀ ਜ਼ਿਆਦਾ ਕਿ ਬਈ ਨਹੀਂ ਉਹ ਤਾਂ ਚੰਡੀਗੜ੍ਹ ਦੇ ਲਈ ਇਹਨਾਂ ਨੇ ਕੁਰਬਾਨੀ ਨਹੀਂ ਕੀਤੀ। ਇਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਤਾਂ ਕੁਰਬਾਨੀ ਜਿਹੜੀ ਹੈ ਉਹ ਆਪਣੀ ਸਿੱਖ ਹੋਮਲੈਂਡ ਦੇ ਲਈ ਹੈ। ਮੈਂ ਇਸ ਗੱਲ ਨਾਲ ਮੁਤਫਿਕ ਨਹੀਂ ਹਾਂ, ਜੋ ਮੇਰੇ ਵੀ ਆਪਣੇ ਵਿਚਾਰ ਨੇ, ਹਰ ਇੱਕ ਦੇ ਵਿਚਾਰਾਂ ਦੇ ਵਿੱਚ ਅੰਤਰ ਹੋ ਸਕਦਾ ਹੈ। ਮਗਰ ਮੈਂ ਜ਼ਰੂਰ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਇਹ ਜ਼ਰੂਰ ਕਰਨਾ ਚਾਹੁੰਦਾ ਕਿ ਲੌਂਗੋਵਾਲ ਦੀ ਕੀ ਕੁਰਬਾਨੀ ਸੀ। ਸੋਹਰਾ ਸਾਹਿਬ ਠੀਕ ਹੈ, ਬਾਰ-ਬਾਰ ਉਹ ਆਉਂਦੇ ਰਹੇ ਨੇ, ਉਹਨਾਂ ਦੀ ਕਿੰਨੀ ਕੁ ਕੁਰਬਾਨੀ ਸੀ? 10, 12, 14 ਵਾਰ ਉਹ SCPC ਦੇ ਪ੍ਰਧਾਨ ਬਣੇ। ਇਹ ਇੱਕ ਤਰਾਸਦੀ ਹੈ ਕਿ ਉਹ
ਜਿਵੇਂ ਹੁਣ ਮੈਂ ਦੱਸਣਾ ਚਾਹੁੰਦਾ, ਸਿੱਖ ਕੌਮ ਦਾ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਵਰਗੀ ਕੁਰਬਾਨੀ ਕਿਹਨੇ ਕੀਤੀ ਹੈ? ਔਰ ਇਸ ਤੋਂ ਇਲਾਵਾ ਮਾਸਟਰ ਤਾਰਾ ਸਿੰਘ ਨੇ ਅੱਧੀ ਸਦੀ ਸਿੱਖ ਕੌਮ ਦਾ ਰਾਜ ਕੀਤਾ, ਮਗਰ ਦੋਨਾਂ ਨੂੰ ਇਹਨਾਂ ਨੇ ਵਿਸਾਰ ਦਿੱਤਾ। ਇਹਨਾਂ ਦੇ ਵਿਰਾਸਤ ਵਿਸਾਰਨ ਦਾ ਕਾਰਨ ਇਹ ਸੀ ਕਿ ਇਹ ਨੌਨ ਜੱਟ ਸੀ। ਬਾਬਾ ਖੜਕ ਸਿੰਘ ਉਹ ਜਿਹੜਾ ਸੀ ਉਹ ਆਹਲੂਵਾਲੀਆ ਸੀ, ਮਾਸਟਰ ਤਾਰਾ ਸਿੰਘ ਖੱਤਰੀ ਸੀ। ਮਗਰ ਇਹ ਦਰਸ਼ਨ ਸਿੰਘ ਫੇਰੂਮਾਨ ਤਾਂ ਜ਼ਿਮੀਂਦਾਰਾਂ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਔਰ ਦੁਨੀਆ ਭਰ ਦੇ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਅਰਦਾਸ ਤੇ ਸਿੱਖ ਅਜੇ ਵੀ ਕਾਇਮ ਨੇ। ਉਹ ਜੋ ਅਰਦਾਸ ਕਰਦਾ ਉਹਦੀ ਪੂਰਤੀ ਲਈ ਸ਼ਹਾਦਤ ਦੇਣ ਲਈ ਤਿਆਰ ਨੇ, ਔਰ ਇਹਨਾਂ ਨੇ ਬੜੀ ਵੱਡੀ ਸ਼ਹਾਦਤ ਦਿੱਤੀ। ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਵੱਲੋਂ ਮੈਂ ਪੰਜਾਬ ਸਰਕਾਰ ਨੂੰ ਔਰ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਹ ਪੁਰਜ਼ੋਰ ਬੇਨਤੀ ਕਰਾਂਗਾ ਕਿ ਜੇਕਰ ਤੁਸੀਂ ਆਪਣੇ ਵਿਰਸੇ ਤੇ ਵਿਰਾਸਤ ਨੂੰ ਭੁੱਲ ਜਾਓਗੇ, ਤੁਹਾਨੂੰ ਕੱਲ ਨੂੰ ਕਿਸੇ ਨੇ ਨਹੀਂ ਬਖਸ਼ਣਾ। ਔਰ ਤੁਸੀਂ ਜਾਤ ਪਾਤ ਇਹਨਾਂ ਵੰਡੀਆਂ ਤੋਂ ਉੱਤੇ ਉੱਠ ਕੇ ਇਸ ਦਰਵੇਸ਼ ਜਿਹੜਾ ਹੈ, ਇਸ ਸ਼ਹੀਦ ਜਿਹੜਾ ਹੈ ਸਿੱਖ ਕੌਮ ਦਾ, ਜਿਹਨੇ ਆਨ ਤੇ ਸ਼ਾਨ ਨੂੰ ਬੁਲੰਦ ਕੀਤਾ, ਉਹਦੀ ਕੋਈ ਨਾ ਕੋਈ ਟੁਕੜੀ ਯਾਦਗਾਰ ਬਣਾਉਣੀ ਚਾਹੀਦੀ ਹੈ। ਔਰ ਇਹਦੀ ਯਾਦਗਾਰ ਜਿਹੜੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਣਾਉਣੀ ਚਾਹੀਦੀ ਹੈ। ਇਹ ਠੀਕ ਹੈ, ਇਹਨਾਂ ਦਾ ਰਈਏ ਦੇ ਵਿੱਚ ਇੱਕ ਕਾਲਜ ਫੇਰੂਮਾਨ, ਉਹ ਇਲਾਕੇ ਦੇ ਲੋਕਾਂ ਨੇ ਫੇਰੂਮਾਨ ਕਾਲਜ ਇਹਨਾਂ ਦੇ ਨਾਂ ਤੇ ਜਿਹੜਾ ਬਣਾਇਆ, ਮਗਰ ਨਾ ਤਾਂ ਸ਼੍ਰੋਮਣੀ ਕਮੇਟੀ ਨਾ ਪੰਜਾਬ ਸਰਕਾਰ ਨੇ ਅਜੇ ਤੱਕ ਵੀ ਕੋਈ ਗੰਭੀਰਤਾ ਨਹੀਂ ਦਿਖਾਈ, ਕੋਈ ਇਹਨਾਂ ਦੀ ਯਾਦਗਾਰ ਨਹੀਂ ਬਣਾਈ। ਔਰ ਮੇਰੇ ਵਿਚਾਰ ਦੇ ਵਿੱਚ ਸਾਨੂੰ ਆਪਣੇ ਜਿਹੜੇ ਸਾਡੀ ਕੌਮ ਦੇ ਜਿਹੜੇ ਇਸ ਤਰ੍ਹਾਂ ਬੇਸ਼ਕੀਮਤੀ ਹੀਰੇ ਨੇ, ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਜੇ ਅਸੀਂ ਵਿਰਸੇ ਤੇ ਵਿਰਾਸਤ ਨੂੰ ਭੁੱਲ ਜਾਵਾਂਗੇ, ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਆਪਣੇ ਇਹੋ ਜਿਹੇ ਜਿਹੜਾ ਇਤਿਹਾਸ ਹੈ, ਅਸੀਂ ਇਤਿਹਾਸ ਦੇ ਜਿਹੜੇ ਸੁਨਹਿਰੇ ਪੰਨੇ ਨੇ ਉਹਨਾਂ ਨੂੰ ਖਤਮ ਕਰ ਦਿਆਂਗੇ। ਮੇਰੇ ਵਿਚਾਰ ਦੇ ਵਿੱਚ ਸਾਡਾ ਜਿਹੜਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਸਾਡੇ ਸਿੱਖ ਕੌਮ ਦੇ ਆਪਣੀ ਸ਼ਹਾਦਤ ਦੇ ਨਾਲ, ਆਪਣੀ ਕੁਰਬਾਨੀ ਦੇ ਨਾਲ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਔਰ ਉਹਨੇ ਦੱਸ ਦਿੱਤਾ, ਕਿਉਂਕਿ ਉਹਨੇ ਦੱਸ ਦਿੱਤਾ ਕਿ ਅਜੇ ਵੀ ਅਸੀਂ ਕਾਇਮ ਹਾਂ ਉਹ ਜਿਹੜੇ ਅਰਦਾਸ ਦੇ ਲਈ। ਔਰ ਇਹਦੀ ਜਿਹੜੀ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਪਹਿਲਾਂ ਚੰਡੀਗੜ੍ਹੋਂ ਸ਼ੁਰੂ ਹੋਇਆ, ਫਿਰ ਉਹ ਜਗਦੀਸ਼ ਸਿੰਘ ਆਇਆ, ਫਿਰ ਮਹੰਤ ਸੇਵਾ ਦਾਸ ਚੌਥੇ ਨੰਬਰ ਤੇ। ਔਰ ਇਹਦੇ ਜਿਹੜਾ ਬਿਹਾਈਂਡ ਜਿਹੜਾ ਬ੍ਰੇਨ ਸੀ ਜਾਂ ਜੋ ਕੁਛ ਵੀ ਹੈ, ਇਹ ਉਹਨੂੰ ਬਾਤ ਕਰਨਾ ਚਾਹੀਦਾ ਹੈ ਡਾਕਟਰ ਜਗਜੀਤ ਸਿੰਘ ਚੌਹਾਨ, ਜੇਕਰ ਉਹਨਾਂ ਦੀ ਪ੍ਰੇਰਣਾ ਵਰਿੰਦਰ ਸਿੰਘ ਜੱਬਲ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਕਿਤੇ ਜਾਣਾ ਹੈ, ਜ਼ਰੂਰੀ ਕੰਮ ਹੈ ਉਹਨਾਂ ਨੂੰ, ਇਸ ਲਈ ਉਹਨਾਂ ਨੇ ਜਾਣਾ ਸੀਗਾ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਸਮਾਂ ਦਿੱਤਾ ਇਸ ਪ੍ਰੋਗਰਾਮ ਵਿੱਚ। ਪਰ ਸਾਡੇ ਨਾਲ ਹਾਲੇ ਵੀ ਦੋ ਖਾਸ ਮਹਿਮਾਨ ਜੁੜੇ ਹੋਏ ਨੇ, ਜੈਤੇਜ ਸਿੰਘ ਆਨੰਦ ਜੀ ਔਰ ਅਮਨਦੀਪ ਸਿੰਘ ਫੇਰੂਮਾਨ ਸਾਹਿਬ। ਅਮਨਦੀਪ ਸਿੰਘ ਜੀ, ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਆਨੰਦ ਸਾਹਿਬ ਜਿਵੇਂ ਕਹਿ ਰਹੇ ਨੇ ਕਿ ਸਰਕਾਰਾਂ ਨੇ ਵਿਸਰਾ ਦਿੱਤਾ ਔਰ ਕੋਈ ਵੀ ਯਾਦਗਾਰ, ਕੋਈ ਅਜਿਹੀ ਚੀਜ਼ ਨਹੀਂ ਬਣਾਈ ਅਤੇ ਨਾ ਹੀ ਕੋਈ ਛੁੱਟੀ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਹੋਰ ਸੁੱਖ ਸਹੂਲਤਾਂ ਜਿਹੜੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਜਿਹੜੀਆਂ ਚਾਹੀਦੀਆਂ ਸੀ ਉਹ ਵੀ ਨਹੀਂ ਦਿੱਤੀਆਂ। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ? ਕਦੀ ਕੀ ਤੁਹਾਡੇ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਗਈ ਸੀ, ਤੁਹਾਡੇ ਪਿਤਾ ਜੀ ਵੱਲੋਂ ਜਾਂ ਤੁਹਾਡੇ ਦਾਦਾ ਜੀ ਵੱਲੋਂ ਕੋਈ ਸਰਕਾਰਾਂ ਨੂੰ ਮੰਗ ਕੀਤੀ ਗਈ ਸੀ ਕਿ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ, ਉਹਨਾਂ ਦੇ ਨਾਂ ਤੇ ਕੋਈ ਦਿਨ ਤਿਉਹਾਰ ਰੱਖਿਆ ਜਾਵੇ ਜਾਂ ਫਿਰ ਕੋਈ ਛੁੱਟੀ ਦਾ ਐਲਾਨ ਕੀਤਾ ਜਾਵੇ? ਇਹ ਮੰਗ ਸਾਡੀਆਂ ਜੋ ਵੀ ਮੰਗਾਂ ਸਾਡੇ ਪਰਿਵਾਰ ਵੱਲੋਂ ਹੁੰਦੀਆਂ, ਉਹ ਹਰ ਸਾਲ ਅਸੀਂ ਇਸ ਪ੍ਰਕਾਰ ਦੀ ਮੰਗ ਕਰਦੇ ਹਾਂ। ਜਿਵੇਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਜਦੋਂ ਆਉਂਦੇ ਆ ਉਹਨਾਂ ਦੇ ਗਾਇ ਬਗਾਏ ਉਹਨਾਂ ਦੀ ਬਰਤੀ ਤੇ ਉਹਨਾਂ ਨੂੰ ਵੀ ਸਾਡੇ ਵੱਲੋਂ ਪਿੰਡ ਵੱਲੋਂ ਤੇ ਵੱਲੋਂ ਵੀ ਸਪੈਸ਼ਲ ਮੰਗ ਹੁੰਦੀ ਹੈ ਕਿ ਉਹਨਾਂ ਦੀ ਯਾਦ ਨੂੰ ਸਰਕਾਰੀ ਪੱਧਰ ਤੇ ਮਨਾਇਆ ਜਾਵੇ ਅਤੇ ਉਹਨਾਂ ਉਸ ਦਿਨ ਛੁੱਟੀ ਦਾ ਐਲਾਨ ਹੋਵੇ। ਤੇ ਜੋ ਵੀ ਉਹਨਾਂ ਨੇ ਇਹ ਐਲਾਨ ਦੇ ਉੱਤੇ ਕਰ ਦਿੱਤਾ ਕਿ ਅਸੀਂ ਇੱਥੇ ਕੰਮ ਕਰਾਂਗੇ, ਪਰ ਜੋ ਸ਼ਹੀਦ ਨੂੰ ਰੁਤਬਾ ਦੇਣਾ ਚਾਹੀਦਾ ਸੀ, ਜੋ ਸਰਕਾਰੀ ਤੌਰ ਤੇ ਉਹਨਾਂ ਦਾ ਦਿਨ ਚਾਹੀਦਾ ਸੀ, ਕਿਉਂਕਿ ਪਰਿਵਾਰ ਨੇ ਆਪਣੇ ਵਾਸਤੇ ਕੁਝ ਨਹੀਂ ਮੰਗਿਆ, ਨਾ ਕਿ ਸਰਕਾਰੀ ਪਾਰਟੀ ਕੋਲੋਂ ਨਾ ਸੰਸਥਾ ਵੱਲੋਂ ਕਦੀ ਆਪਣੇ ਵਾਸਤੇ ਪਰਿਵਾਰ ਵਾਸਤੇ ਕਦੀ ਉਹਨਾਂ ਨੇ ਮੰਗ ਨਹੀਂ ਕੀਤੀ। ਪਰ ਸਿਰਫ ਮੰਗ ਕੀਤੀ ਆ ਮਿਸ਼ਨ ਪਿੰਡ ਵਾਸਤੇ ਜਾਂ ਉਹਨਾਂ ਦੀ ਜੋ ਸ਼ਹਾਦਤ ਆ ਉਸ ਨੂੰ ਮਤਲਬ ਦੁਨੀਆ ਤੇ ਪੇਸ਼ ਕੀਤਾ ਜਾਵੇ, ਉਸ ਦਿਨ ਉਹਨਾਂ ਦੀ ਯਾਦ ਵੱਡੀ ਪੱਧਰ ਤੇ ਮਨਾਈ ਜਾਵੇ। ਈਵਨ ਕਿ ਉਹਨਾਂ ਦੇ ਨਾਂ ਤੇ ਜੋ ਸਕੂਲ ਹੈ ਉਸ ਦਾ ਟਰਸਟ ਹੈ, ਜਿਹੜੀ ਸਾਡੇ ਤੱਕ ਸਹੀ ਨਹੀਂ ਪਹੁੰਚ ਪਾ ਰਹੀ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਤੁਹਾਡੀ ਆਵਾਜ਼ ਨੂੰ ਜ਼ਰੂਰ ਬੁਲੰਦ ਕੀਤਾ ਜਾਵੇ, ਤੁਹਾਡੀ ਆਵਾਜ਼ ਤੇ ਥੋੜਾ ਜਿਹਾ ਨਜ਼ਰ ਪੈ ਜਾਏ, ਕਿਉਂਕਿ ਆਵਾਜ਼ ਜਿਹੜੀ ਹੈ ਤੁਹਾਡੀ ਠੀਕ ਨਹੀਂ ਆ ਰਹੀ ਹੈ। ਇੱਕ ਵਾਰੀ ਫਿਰ ਤੁਸੀਂ ਆਪਣੇ ਸਵਾਲ ਦਾ ਜਵਾਬ ਦਿਓ ਜੀ। ਅਸੀਂ ਮੰਗ ਕੀਤੀ ਹੈ
ਹਮੇਸ਼ਾ ਹੀ ਆਪਣੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀਗੇ ਉਦੋਂ ਵੀ ਗਾਏ ਬਜਾਏ ਆਏ ਆ ਤੇ ਉਹ ਬੜੇ ਸਾਲਾਂ ਬਾਅਦ ਵੀ ਕਦੇ ਕਦੇ ਆਉਂਦੇ ਆ ਤੇ ਜਿਹੜੀ ਵੀ ਸਿਆਸੀ ਪਾਰਟੀ ਆਉਂਦੀ ਆ ਉਸ ਜਗ੍ਹਾ ਤੇ ਜਾਂ ਕੋਈ ਵੀ ਸੰਸਥਾ ਆਉਂਦੀ ਆ ਸਾਡਾ ਇਹੀ ਮੰਗ ਹੁੰਦੀ ਕਿਉਂਕਿ ਪਰਿਵਾਰ ਨੇ ਆਪਣੇ ਵਾਸਤੇ ਮੰਗ ਨਹੀਂ ਕੀਤੀ ਕੋਈ ਵੀ ਉਹਨਾਂ ਨੇ ਮੰਗ ਕੀਤੀ ਉਹਨਾਂ ਦੀ ਸ਼ਹੀਦੀ ਵਾਸਤੇ ਉਹਨਾਂ ਦੇ ਦਿਨ ਨੂੰ ਮਨਾਉਣ ਵਾਸਤੇ ਜਾਂ ਪਿੰਡ ਨੂੰ ਇੱਕ ਵਡਮੁੱਲਾ ਪਿੰਡ ਇੱਕ ਵੱਖਰਾ ਪਿੰਡ ਬਣਾਉਣ ਦੇ ਵਾਸਤੇ ਅਸੀਂ ਕਿਹਾ ਕਿ ਉਹਨਾਂ ਦੀ ਜੋ ਸ਼ਹੀਦੀ ਆ ਜਦੋਂ ਕੌਮ ਇਸ ਜਗ੍ਹਾ ਤੇ ਆਵੇ ਤਾਂ ਵੇਖੇ ਕਿ ਉਹਨਾਂ ਦੀ ਜੋ ਸ਼ਹੀਦੀ ਸੀ ਉਸ ਨੂੰ ਦੂਰ ਪਿਆ ਹੈ ਤਾਂ ਉਹਨਾਂ ਦੀ ਸ਼ਹੀਦੀ ਨੂੰ ਸਾਂਭਿਆ ਗਿਆ ਹੈ ਪਰ ਕਿਸੇ ਵੀ ਪਾਰਟੀ ਨੇ ਕਿਸੇ ਸੰਸਥਾ ਨੇ ਆਪਣਾ ਫਰਜ਼ ਨਹੀਂ ਸਮਝਿਆ ਕਿ ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਮਨਾਉਣ ਵਾਸਤੇ ਕੋਈ ਤਹਈਆ ਕੀਤਾ ਜਾਵੇ ਜਾਂ ਛੁੱਟੀ ਦਾ ਐਲਾਨ ਹੋਵੇ ਪਰ ਅਸੀਂ ਇਹ ਮੰਗ ਜ਼ਰੂਰ ਕੀਤੀ ਸੀਗੀ ਕਿ ਉਹਨਾਂ ਦੀ ਜੋ ਦਿਨ ਹੈ ਉਹ ਸਰਕਾਰੀ ਪੱਧਰ ਤੇ ਮਨਾਇਆ ਜਾਵੇ ਕਿਉਂਕਿ ਉਹਨਾਂ ਦੀ ਜੋ ਕੁਰਬਾਨੀ ਸੀ ਉਹ ਕੌਮ ਵਾਸਤੇ ਸੀ ਸਿੱਖੀ ਵਾਸਤੇ ਸੀ ਅਰਦਾਸ ਵਾਸਤੇ ਸੀ ਨਾ ਕਿ ਕਿਸੇ ਖਾਸ ਮਕਸਦ ਵਾਸਤੇ ਜਾਂ ਖਾਸ ਕਿਸੇ ਇੱਕ ਪਰਿਵਾਰ ਵਾਸਤੇ ਉਹਨਾਂ ਨੇ ਸਮੁੱਚੀ ਕੌਮ ਵਾਸਤੇ ਕੁਰਬਾਨੀ ਕੀਤੀ ਸੋ ਪਰ ਕਿਸੇ ਨੇ ਵੀ ਉਹ ਗੱਲ ਨੂੰ ਅਣਗੌਲਿਆ ਕਰ ਦਿੱਤਾ ਹਰ ਇੱਕ ਨੇ ਕਿਸੇ ਨੇ ਵੀ ਸੁਣੀ ਨਹੀਂ ਸੋ ਉਸੇ ਤਰ੍ਹਾਂ ਹੀ ਉਹਨਾਂ ਦੀ ਯਾਦ ਇੱਕ ਪਰਿਵਾਰਕ ਤੌਰ ਤੇ ਸਿਰਫ ਇਸ ਵਾਰ ਪਿੰਡ ਨੇ ਇਹ ਉਦਮ ਕੀਤਾ ਸਾਡੇ ਸਰਪੰਚ ਸਾਹਿਬ ਨੇ ਕਿ ਅਸੀਂ ਤੁਹਾਡੇ ਨਾਲ ਰੱਖੀ ਉਹਨਾਂ ਦੀ ਯਾਦ ਨੂੰ ਮਨਾਵਾਂਗੇ ਅਦਰਵਾਈਜ਼ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਟਰਸਟ ਆਉਂਦਾ ਹੁੰਦਾ ਸੀ ਜਿਹੜਾ ਟਰਸਟ ਹੈ ਉਹਨਾਂ ਦੇ ਨਾਂ ਤੇ ਉਹਨਾਂ ਦੇ ਸਕੂਲ ਕਾਲਜ ਉੱਥੋਂ ਦੇ ਬੱਚੇ ਆਉਂਦੇ ਸੀਗੇ ਤੇ ਉਹ ਵੀ ਹੁਣ ਟਰਸਟ ਆਪਣੇ ਤੱਕ ਹੀ ਸੀਮਤ ਹੋ ਗਿਆ ਕਿਉਂਕਿ ਉਹ ਵੀ ਕੁਰਸੀਆਂ ਪਿੱਛੇ ਪੈ ਗਏ ਤੇ ਇੱਥੋਂ ਤੱਕ ਕਿ ਸਾਡੇ ਪਰਿਵਾਰ ਦੇ ਸਾਡੇ ਪਿਤਾ ਜੀ ਨੂੰ ਵੀ ਉਹਦੇ ਵਿੱਚ ਮੈਂਬਰ ਨਹੀਂ ਪਾਇਆ ਕਿਉਂਕਿ ਜੇ ਮੈਂਬਰ ਪਾਉਣਗੇ ਤਾਂ ਉਹਨਾਂ ਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਤੇ ਸੋ ਕੋਈ ਵੀ ਉੱਥੇ ਆਉਣਾ ਵਾਜਬ ਨਹੀਂ ਸਮਝਦਾ ਕਿਉਂਕਿ ਹਰ ਇੱਕ ਦੀ ਆਪੋ ਆਪਣਾ ਜੋ ਕੁਰਸੀ ਆ ਉਹ ਉਹਨਾਂ ਨੇ ਬਚਾਈ ਹੋਈ ਆ ਕੋਈ ਵੀ ਉਸ ਚੀਜ਼ ਨੂੰ ਸਾਂਭਣਾ ਨਹੀਂ ਚਾਹੁੰਦਾ ਕੋਈ ਵੀ ਅੱਗੇ ਲੱਗੇ ਉਸ ਚੀਜ਼ ਨੂੰ ਵੱਡੀ ਪੱਧਰ ਤੇ ਮਨਾਉਣਾ ਨਹੀਂ ਚਾਹੁੰਦਾ ਠੀਕ ਹੈ ਆਨੰਦ ਸਾਹਿਬ ਜਾਂਦੇ ਜਾਂਦੇ ਇੱਕ 2 ਮਿੰਟ ਦਾ ਸਵਾਲ ਜਿਹੜਾ ਹੈਗਾ ਮੈਂ ਤੁਹਾਡੇ ਤੋਂ ਜ਼ਰੂਰ ਲਵਾਂਗਾ ਕਿਉਂਕਿ ਮੈਂ ਚਾਹਾਂਗਾ ਕਿ 2 ਮਿੰਟ ਦੇ ਅੰਦਰ ਅੰਦਰ ਤੁਸੀਂ ਇਸ ਪ੍ਰੋਗਰਾਮ ਨੂੰ ਅਸੀਂ ਕਿਉਂਕਿ ਖਤਮ ਕਰਨਾ ਹੈ ਤਾਂ 2 ਮਿੰਟ ਦੇ ਅੰਦਰ ਅੰਦਰ ਆਪਣਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਨਾ ਕਿਉਂਕਿ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਫੇਰੂਮਾਨ ਸਾਹਿਬ ਨੂੰ ਬਹੁਤ ਨੇੜਿਓਂ ਜਾਣਿਆ ਵੀ ਹੈਗਾ ਉਹਨਾਂ ਨਾਲ ਕਾਫੀ ਸਮਾਂ ਵੀ ਬਿਤਾਇਆ ਹੈਗਾ ਜੇਕਰ ਉਹਨਾਂ ਦੇ ਪੂਰੀ ਜ਼ਿੰਦਗੀ ਦਾ ਲੇਖਾ ਜੋਖਾ ਦੇਖਿਆ ਜਾਏ ਕੱਢਿਆ ਜਾਏ ਇੱਕ ਕਿਤਾਬ ਦੇ ਅੰਦਰ ਬੰਦ ਕੀਤਾ ਜਾਏ ਤਾਂ 2 ਮਿੰਟ ਦੇ ਅੰਦਰ ਉਹਨਾਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਿਆਨ ਕਰੋਗੇ ਮੈਂ ਇਹੀ ਕਹਾਂਗਾ ਇਹ ਗੁਰੂ ਦਾ ਸੱਚਾ ਸਿੱਖ ਸੀ ਬਹੁਤ ਹੀ ਸਰੜੀ ਸੀ ਬੜਾ ਹੀ ਕੀ ਕਹਿੰਦੇ ਨੇ ਗੁਰੂ ਦੀ ਹੁਕਮ ਦੇ ਵਿੱਚ ਚੱਲਣ ਵਾਲਾ ਸੀ ਉਹ ਬਚਨ ਦਾ ਕਰਨੀ ਤੇ ਕਹਿਣੀ ਦਾ ਸੂਰਾ ਸੀ ਉਹਨੇ ਜੋ ਬਚਨ ਕੀਤਾ ਉਸ ਤੇ ਪੂਰਾ ਉਤਰਿਆ ਔਰ ਇਹੋ ਜਿਹੇ ਜਿਹੜੇ ਸੂਰਮੇ ਨੇ ਉਹ ਬੜੇ ਹੀ ਘੱਟ ਹੁੰਦੇ ਨੇ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਲਾਲਚ ਭੈ ਦੇ ਤਲ ਉਹਦੇ ਤੇ ਡੋਲਿਆ ਨਹੀਂ ਔਰ ਜਿਹਨੇ ਸਾਡੀਆਂ ਪੁਰਾਤਨ ਜਿਹੜੀਆਂ ਸਿੱਖ ਰਵਾਇਤਾਂ ਨੂੰ ਕਾਇਮ ਕਰਦੇ ਹੋਏ ਇਹ ਸ਼ਹਾਦਤ ਦਾ ਜਾਮ ਪੀਤਾ ਔਰ ਮੈਂ ਤਾਂ ਉਹਨੂੰ ਕੋਟ ਸਲਾਮ ਕਰਾਂਗਾ ਔਰ ਮੈਂ ਸਮੁੱਚੇ ਪੰਜਾਬੀਆਂ ਨੂੰ ਕਹਾਂਗਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਆਪਣੇ ਵਿਰਸੇ ਦੇ ਇਸ ਤਰ੍ਹਾਂ ਬੇਸ਼ਕੀਮਤੀ ਹੀਰਿਆਂ ਨੂੰ ਭੁੱਲਦੇ ਰਹਾਂਗੇ ਕਿ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਸਮਝ ਸਕਦੇ ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਦੀ ਸ਼ਹਾਦਤ ਦਾ ਤਾਂ ਹੀ ਅਸੀਂ ਮੁੱਲ ਅਸੀਂ ਪਾ ਸਕਦੇ ਹਾਂ ਕਿ ਜਿਹੜੇ ਉਹਦੇ ਬਚਨ ਸਨ ਜਿਸ ਕਾਜ਼ ਦੇ ਲਈ ਉਹਨੇ ਕੁਰਬਾਨੀ ਕੀਤੀ ਉਹ ਕਾਜ਼ ਨੂੰ ਅਸੀਂ ਗੰਭੀਰਤਾ ਨਾਲ ਲਈਏ ਆਪਣੇ ਲਾਲਚ ਤੋਂ ਰਹਿਤ ਹੋ ਕੇ ਉਹਦੀ ਪੂਰਤੀ ਲਈ ਅਸੀਂ ਗੰਭੀਰਤਾ ਨਾਲ ਕਦਮ ਕੀਤੇ ਜਿਹੜੇ ਕਾਜ਼ ਦੇ ਲਈ ਉਹਨਾਂ ਦੀ ਡੈਥ ਕੀਤੀ ਅਸੀਂ ਉਹਦੀ ਪੂਰਤੀ ਲਈ ਅਜੇ ਤੱਕ ਕੋਈ ਆਪਣੀ ਸੱਚੇ ਮਨੋਂ ਤੇ ਦਿਲੋਂ ਉਹਦੀ ਪੂਰਤੀ ਲਈ ਕੋਈ ਕਾਰਜ ਨਹੀਂ ਕੀਤਾ ਉਹ ਸਾਨੂੰ ਇਹਨਾਂ ਕੋਸ਼ਿਸ਼ਾਂ ਦੀ ਪਰਵਾਹ ਨਾ ਕਰਦੇ ਹੋਏ ਉਹਦੀ ਪੂਰਤੀ ਦੇ ਲਈ ਯੋਗ ਕਦਮ ਉਠਾਉਣੇ ਚਾਹੀਦੇ ਨੇ ਜੀ ਸੋ ਬਹੁਤ ਬਹੁਤ ਸ਼ੁਕਰੀਆ ਮੈਂ ਅਮਨਦੀਪ ਸਿੰਘ ਜੀ ਦਾ ਵੀ ਇੱਥੇ ਕਰਨਾ ਚਾਹਾਂਗਾ ਕਿਉਂਕਿ ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਸੋ ਸਮੇਂ ਦੀ ਵੀ ਸਾਨੂੰ ਪਾਲਣਾ ਕਰਨੀ ਪਏਗੀ ਪਰ ਇਹ ਮੁੱਦਾ ਅਜੇ ਹੈ ਕਿਉਂਕਿ ਇਸ ਮੁੱਦੇ ਤੇ ਜਿੰਨੀ ਚਰਚਾ ਕੀਤੀ ਜਾਏ ਉਨੀ ਘੱਟ ਹੈ ਔਰ ਅਮਨ ਜੀ ਤੁਹਾਡਾ ਪਰਿਵਾਰ ਜਿਹੜਾ ਹੈਗਾ ਸ਼ਲਾਘਾਯੋਗ ਹੈ ਇਸ ਪਰਿਵਾਰ ਦੀ ਅਸੀਂ ਸ਼ਤ ਨਮਨ ਕਰਦੇ ਹਾਂ ਇਸ ਪਰਿਵਾਰ ਨੂੰ ਕਿਉਂਕਿ ਲਗਾਤਾਰ ਜੇਕਰ ਇਸ ਪਰਿਵਾਰ ਦੀ ਸਾਨੂੰ ਇਸ ਪਰਿਵਾਰ ਨੇ ਇਸ ਪੰਜਾਬ ਦੀ ਬਾਹ ਨਾ ਫੜੀ ਹੁੰਦੀ ਤਾਂ ਸ਼ਾਇਦ ਪੰਜਾਬ ਦੀ ਤਸਵੀਰ ਕੁਝ ਹੋਰ ਹੋਣੀ ਸੀ ਪਰ ਜਿਹੜੀ ਚੰਡੀਗੜ੍ਹ ਦੀ ਮੰਗ ਹੈ ਉਹ ਹਾਲੇ ਵੀ ਜਿਉਂ ਦੀ ਤਿਉਂ ਖੜੀ ਹੈ ਸਾਡੇ ਲੀਡਰਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਇਸ ਮੰਗ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਸਾਹਿਬ ਨੇ ਇਸ ਨੂੰ ਇਸ ਦੇ ਲਈ ਸ਼ਹਾਦਤ ਦਿੱਤੀ ਉਸ ਸ਼ਹਾਦਤ ਦਾ ਮੁੱਲ ਜ਼ਰੂਰ ਪਾਇਆ ਜਾਏ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਅਸੀਂ ਕਰਨਾ ਚਾਹਾਂਗੇ ਅਮਨਦੀਪ ਸਿੰਘ ਜੀ ਦਾ ਔਰ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਵਿਸ਼ੇ ਤੇ ਅੱਜ
ਗੱਲ ਕੀਤੀ ਆਲਮੀ ਜਗਤ ਦੇ ਵਿੱਚ। ਤੁਹਾਡਾ ਵੀ ਧੰਨਵਾਦੀ ਹਾਂ ਕਿ ਪਹਿਲੀ ਵਾਰ ਮੈਨੂੰ ਤੁਹਾਡੇ ਇਹ ਜਿਹੜੀ ਹੈ ਇਹਦੇ ਨਾਲ ਇਹ ਸੰਵਾਦ ਦੇ ਵਿੱਚ ਹਿੱਸਾ ਲੈਣਾ ਪਿਆ। ਮੈਨੂੰ ਉਮੀਦ ਹੈ ਇਹਨਾਂ ਵਿਸ਼ਿਆਂ ਤੇ ਭਵਿੱਖ ਵਿੱਚ ਵੀ ਅਸੀਂ ਇਸੇ ਤਰ੍ਹਾਂ ਚਰਚਾ ਕਰਾਂਗੇ ਔਰ ਲੋਕਾਂ ਨੂੰ ਬਿਲਕੁਲ। ਆਪਣੇ ਇਹ ਵਿਰਾਸਤ ਤੇ ਇਤਿਹਾਸ ਦੇ ਸੁਨਹਿਰੇ ਪੰਨੇ ਸਮੇਂ-ਸਮੇਂ ਅਸੀਂ ਦਰਸਾਉਂਦੇ ਰਹਾਂਗੇ। ਮੈਂ ਤੁਹਾਡੇ ਬਿਲਕੁਲ। ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਧੰਨਵਾਦ। ਗੁਰ ਫਤਿਹ। ਜੀ ਬਿਲਕੁਲ। ਔਰ ਤੁਸੀਂ ਸਾਡਾ ਖਾਸ ਪ੍ਰੋਗਰਾਮ ਵੇਖ ਰਹੇ ਸੀ ਨਜ਼ਰੀਆ। ਅੱਜ ਦਾ ਵਿਸ਼ਾ ਸੀ ਹੋ ਗਏ ਸ਼ਹੀਦ ਪਰ ਦੇ ਗਏ ਅਨਮੋਲ ਵਿਰਾਸਤ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਧੰਨਵਾਦ।